ਅੱਤਵਾਦੀ ਸਾਜ਼ਿਸ਼ ਦਰਸਾਉਣ ਲਈ ਇੱਕ ਪੁਲਸੀਆ ਸਾਜ਼ਿਸ਼ ਖੇਡੀ ਗਈ। ਜਾਨਵਰਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਤੁਹਾਡੀ ਬੱਲੇ ਬੱਲੇ ਸਿਰਫ 2 ਮਈ ਤੱਕ ਆ। ਚੋਣ ਕਮਿਸ਼ਨ ਦੇ ਹੱਥ ਡੰਡਾ ਜ਼ਰੂਰ ਆ, ਪਰ ਡੰਡਾ ਚੱਲਦਾ ਜਿਹੜਾ ਉਹ ਕੇਂਦਰ ਦੇ ਇਸ਼ਾਰੇ ਤੇ ਆ। पंजाबी नैशनल टीवी देख रहे दर्शकों को प्यार भरी सत श्री अकाल। अज दे विचार चर्चा प्रोग्राम जिहड़े मुद्दे विचारने ने उन्हां दे विच है मुंबई दे एंटीलिया इलाके विच अंबानी दे घर दे बाहर मिली धमाका खेस गड्डी दे मामले दा नवां मोड़। किसान मोर्चियां ते पक्के घर बनाउण लगे, संयुक्त किसान मोर्चे दा इनकार ते पुलिस केस दर्ज करन लई होई पब्बां पार। सत्यपाल मलिक ने केंद्र सरकार नूं की सुनेहा भेजिया। ममता बनर्जी ਜ਼ਖਮੀ ਹੋਣ ਦੇ ਬਾਵਜੂਦ ਫਿਰ ਚੋਣ ਪਿੜ ਵਿੱਚ ਗਰਜੀ। ਸੁਖਬੀਰ ਬਾਦਲ ਨੇ ਕੀ ਕੀਤਾ ਐਲਾਨ। ਟਿਕਟ ਨਾ ਮਿਲਣ ਤੇ ਕੇਸ ਨੇ ਸਿਰ ਗੰਜਾ ਕਰਵਾਇਆ। ਇਹਨਾਂ ਮੁੱਦਿਆਂ ਤੋਂ ਇਲਾਵਾ ਕੁਝ ਹੋਰ ਮੁੱਦੇ ਵਿਚਾਰਾਂਗੇ ਅੱਜ ਦੇ ਮਾਹਿਰ ਮਹਿਮਾਨ ਦੇ ਨਾਲ ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਅਵਤਾਰ ਸਿੰਘ ਸ਼ੇਰਗਿੱਲ ਜੀ। ਤੁਹਾਡਾ ਬਹੁਤ-ਬਹੁਤ ਸਵਾਗਤ। ਸ਼ੁਕਰੀਆ ਜੀ। ਅਵਤਾਰ ਜੀ, ਸਭ ਤੋਂ ਪਹਿਲਾਂ ਜਿਹੜੇ ਮੁੱਦੇ ਵੱਲ ਆਉਂਦੇ ਆ ਉਹ ਹੈ ਅੰਬਾਨੀ ਦੇ ਘਰ ਬਹੁਤ ਦਿਨ ਪਹਿਲਾਂ ਇੱਕ ਵਿਸਫੋਟਕ ਸਮੱਗਰੀ ਨਾਲ ਭਰੀ ਹੋਈ ਗੱਡੀ ਮਿਲੀ ਸੀ। ਇਹ ਮਾਮਲਾ ਜਿੰਨਾ ਸਿੰਪਲ ਸਧਾਰਨ ਜਾਪਦਾ ਸੀ ਉਹ ਉਹਨਾਂ ਭੇਦ ਭਰੇ ਹਾਲਾਤਾਂ ਦੇ ਨਾਲ ਵੱਖੋ ਵੱਖਰੇ ਰੂਪ 'ਚ ਸਾਹਮਣੇ ਆ ਰਿਹਾ ਹੈ। ਇਹ ਸਾਰੀ ਕਹਾਣੀ ਤੁਸੀਂ ਦੱਸ ਦਿਓ। ਪਰਮਿੰਦਰ ਜੀ, ਇਹ ਬਹੁਤ ਹੀ ਗੰਭੀਰ ਮਸਲਾ ਬਣ ਗਿਆ ਸੀਗਾ ਕਿ ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਸਭ ਤੋਂ ਹਾਈ ਸਿਕਿਉਰਿਟੀ ਜ਼ੋਨ ਘਰ ਦੇ ਮੂਹਰੇ ਜੀ ਇੱਕ ਸਕਾਰਪੀਓ ਮਿਲਣੀ ਤੇ ਉਹਦੇ ਵਿੱਚ ਵਿਸਫੋਟਕ ਸਮੱਗਰੀ ਮਿਲਣੀ, ਇਹ ਦੇਸ਼ ਨੂੰ ਅਚੰਭੇ ਤੋਂ ਘੱਟ ਨਹੀਂ ਸੀ ਜੀ। ਸਾਰੀਆਂ ਏਜੰਸੀਆਂ ਇੱਧਰ ਨੂੰ ਲੱਗ ਗਈਆਂ ਸੀਗੀਆਂ ਸਰਕਾਰ ਦੀਆਂ ਵੀ ਇਹ ਗੱਲ ਹੋਈ ਤਾਂ ਹੋਈ ਕਿਵੇਂ। ਉਹਦਾ ਕੋਈ ਐਂਗਲ ਕਿੱਧਰ ਨੂੰ ਚਲੇ ਗਿਆ, ਕੋਈ ਐਂਗਲ ਕਿੱਧਰ ਨੂੰ ਚਲੇ ਗਿਆ। ਵਿੱਚ ਫਿਰ ਇੱਕ ਜ਼ਿੰਮੇਵਾਰੀ ਲੈਣ ਵਾਲੀ ਇੱਕ ਕੋਈ ਮੈਸੇਜ ਵੀ ਆਉਂਦਾ ਆ ਵੀ ਅਲ ਬਦਰ ਨਾਂ ਦਾ ਕੋਈ ਅੱਤਵਾਦੀ ਜਥੇਬੰਦੀ ਆ, ਉਹਨੇ ਲੈ ਲਈ ਵੀ ਇਹ ਤਾਂ ਹਜੇ ਟ੍ਰੇਲਰ ਸੀਗਾ, ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹਦਾ ਜਿਹੜੀ ਪਿਕਚਰ ਆ ਵੀ ਬਾਕੀ ਹੈ। ਇੱਦਾਂ ਦੇ ਜਿਹੜੇ ਉਹ ਧਮਕੀ ਵਾਲੇ ਮੈਸੇਜ ਆਉਣ ਲੱਗ ਪਏ ਸੀਗੇ। ਗੱਡੀ ਇੱਕ ਨਹੀਂ ਸੀ, ਗੱਡੀ 2 ਸੀਗੀ। ਇੱਕ ਇਹਦੇ ਨਾਲ ਇਨੋਵਾ ਗੱਡੀ ਵੀ ਸੀਗੀ ਜਿਹੜੀ ਕਿ ਉਸ ਦੌਰਾਨ CCTV 'ਚ ਦੇਖੀ ਗਈ ਸੀ ਵੀ ਉਹ ਵੀ ਸੀ ਤੇ ਉਹ ਗਈ ਕਿੱਥੇ, ਉਹ ਲੱਭਦੀ ਨਹੀਂ ਸੀ ਪਈ। ਉਹ ਘਟਨਾਕ੍ਰਮ ਇੱਦਾਂ ਚੱਲਿਆ ਵੀ ਹੌਲੀ ਹੌਲੀ ਗੱਲ ਇੱਥੋਂ ਤੱਕ ਚੱਲ ਗਈ ਵੀ ਸਰਕਾਰ ਨੂੰ ਵੀ ਸਮਝ ਨਾ ਆਵੇ ਹੁਣ ਕਰੀਏ ਤੇ ਕੀ ਕਰੀਏ। ਦੇਖੋ ਮਸਲਾ ਇੰਟਰਸਟਿੰਗ ਉਦੋਂ ਬਣਿਆ ਤੇ ਜਦੋਂ ਹੁਣ ਜਿਹੜਾ ਪੁਲਿਸ ਅਫਸਰ ਇਹਦੇ ਵਿੱਚ ਇਨਵੋਲਵ ਪਾਇਆ ਗਿਆ ਉਹਨੂੰ ਹੀ ਇਹਦੀ ਜਾਂਚ ਦਾ ਜ਼ਿੰਮਾ ਦਿੱਤਾ ਗਿਆ ਸੀ। ਉਜਾਗਰ ਉਦੋਂ ਹੋਇਆ ਜਦੋਂ ਭਾਜਪਾ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਆ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇੱਕ ਇਹ ਬਹੁਤ ਵੱਡਾ ਸਨਸਨੀਖੇਜ਼ ਖੁਲਾਸਾ ਕੀਤਾ ਵੀ ਇਹ ਮਾਮਲਾ ਤਾਂ ਪੁਲਿਸ ਦੀ ਇਨਵੋਲਵਮੈਂਟ ਵਾਲਾ ਆ। ਤੇ ਇਹਦੇ ਵਿੱਚ ਗੱਲ ਹੋਰ ਵੀ ਉਦੋਂ ਸਨਸਨੀਖੇਜ਼ ਬਣ ਗਈ ਜਦੋਂ ਸਕਾਰਪੀਓ ਦਾ ਜਿਹੜਾ ਮਾਲਕ ਸੀ ਮਨਸੁਖ, ਉਹਦੀ ਲਾਸ਼ ਮਿਲ ਗਈ, ਉਹਦੀ ਡੈੱਡ ਬੋਡੀ ਮਿਲੀ। ਉਦੋਂ ਫਿਰ ਹੋਰ ਸਨਸਨੀ ਬਣ ਗਈ ਵੀ ਇਹ ਗੱਲ ਕੀ ਹੋਈ ਆ। ਪਰਤਾਂ ਖੁੱਲਦੀਆਂ ਗਈਆਂ, ਨਵੇਂ ਇਹਦੇ ਖੁਲਾਸੇ ਹੁੰਦੇ ਗਏ ਤੇ ਫਿਰ ਗੱਲ ਪਤਾ ਉੱਥੇ ਚੱਲੀ ਵੀ ਇਹ ਗੱਡੀ ਜਿਹੜੀ ਸਕਾਰਪੀਓ ਆ ਜਿਸ ਅਫਸਰ ਨੂੰ ਮਹਾਰਾਸ਼ਟਰ ਸਰਕਾਰ ਉਧਵ ਸਰਕਾਰ ਨੇ ਜਾਂਚ ਦਾ ਜ਼ਿੰਮਾ ਦਿੱਤਾ ਸੀ ਸਚਿਨ ਵਾਜ਼ੇ, ਉਹਦੇ ਕੋਲ ਇਹ ਗੱਡੀ ਪਹਿਲਾਂ ਸਕਾਰਪੀਓ ਰਹੀ ਸੀ ਔਰ ਉਹਦੇ ਜਿਹੜੇ ਡੈਥ ਹੋ ਚੁੱਕੀ ਸੀਗੀ ਮਨਸੁਖ ਦੀ ਸਕਾਰਪੀਓ ਦੀ ਮਾਲਕ ਦੀ, ਉਹਦੇ ਨਾਲ ਸਚਿਨ ਦੇ ਬਹੁਤ ਨੇੜਲੇ ਸੰਬੰਧ ਸੀ। ਉਹਦੇ ਤੋਂ ਫਿਰ ਸਾਰਿਆਂ ਦੀ ਸ਼ੱਕ ਦੀਆਂ ਸੂਈਆਂ ਜਿਹੜੀਆਂ ਆ ਉਹ ਪੂਰੀਆਂ ਦੇ ਪੂਰੀਆਂ ਉਹਦੇ ਉੱਤੇ ਟਿਕ ਗਈਆਂ ਸਚਿਨ ਵਾਜ਼ੇ ਤੇ। ਹੁਣ ਮੈਂ ਸਚਿਨ ਵਾਜ਼ੇ ਬਾਰੇ ਥੋੜਾ ਜਿਹਾ ਦੱਸ ਦਵਾਂ ਵੀ ਉਹ ਹੈ ਕੌਣ। ਐਨਕਾਊਂਟਰ ਸਪੈਸ਼ਲਿਸਟ ਬੰਦਾ ਉਹ ਪੁਲਿਸ ਦੇ ਵਿੱਚ 1990 'ਚ ਭਰਤੀ ਹੋਇਆ ਸੀ। ਮੁੰਬਈ ਦੇ ਐਨਕਾਊਂਟਰ ਸਕੁਐਡ ਦੇ ਵਿੱਚ ਉਹਦੀ ਚੰਗੀ ਤੂਤੀ ਬੋਲਦੀ ਸੀਗੀ। ਘੱਟੋ ਘੱਟ ਨਹੀਂ ਤਾਂ ਦੱਸਦੇ ਆ ਵੀ 63 ਜਿਹੜੇ ਆ ਅਪਰਾਧੀਆਂ ਨੂੰ ਦਾ ਉਹ ਐਨਕਾਊਂਟਰ ਕਰ ਚੁੱਕਾ ਸੀ। ਫਸਿਆ ਉਦੋਂ ਜਦੋਂ ਖਵਾਜਾ ਯੂਨਸ ਨਾਂ ਦਾ ਇੱਕ ਸ਼ਖਸ ਉਹਦੀ ਹਿਰਾਸਤ 'ਚ ਮਰ ਗਿਆ। ਉਹ ਜਾਂਚ ਹੋਈ, ਪਤਾ ਲੱਗਾ ਵੀ ਸ਼ਾਮਲ ਸੀ, ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨੂੰ ਸਸਪੈਂਡ ਕਰ ਦਿੱਤਾ ਗਿਆ। ਇਹ ਅਫਸਰ 17 ਸਾਲ ਸਸਪੈਂਡ ਰਿਹਾ। ਫਿਰ ਇਹ ਸ਼ਿਵ ਸੈਨਾ ਦੇ ਬਾਲ ਠਾਕਰੇ ਦੇ ਬਹੁਤ ਨੇੜੇ ਸੀ। ਇਹਨੇ ਫਿਰ ਉਸ ਸਸਪੈਂਸ਼ਨ ਦੌਰਾਨ ਸ਼ਿਵ ਸੈਨਾ ਜਾਣ ਦੀ ਸੋਚੀ, ਜਾਣ ਲਈ ਮਨ ਵੀ ਬਣਾ ਲਿਆ ਤੇ ਹੁਣ ਮੈਨੂੰ ਕਿਹੜਾ ਇਹਨਾਂ ਨੇ ਬਹਾਲ ਕਰਨਾ ਮੁੜ ਕੇ। ਪਰ ਜਦੋਂ ਦੁਬਾਰਾ ਸ਼ਿਵ ਸੈਨਾ ਦੀ ਸਰਕਾਰ ਆਈ ਜੂਨ 2020 ਦੇ ਵਿੱਚ ਉਹਦੀ ਬਹਾਲੀ ਹੁੰਦੀ ਆ। ਦੇਖੋ ਇੱਕ ਕਸਟੋਡੀਅਲ ਡੈਥ ਵਾਸਤੇ ਜ਼ਿੰਮੇਵਾਰ ਅਫਸਰ ਗ੍ਰਿਫਤਾਰ ਹੋਇਆ ਹੋਵੇ, ਸਸਪੈਂਡ ਹੋਇਆ ਹੋਵੇ
ਉਹਨੂੰ ਇੱਕ ਸਰਕਾਰ ਉਹਨੂੰ ਆਪਣੀ ਨੇੜਤਾ ਕਰਕੇ ਦੁਬਾਰਾ ਬਹਾਲ ਕਰਕੇ ਉਹਨੂੰ ਇਹੋ ਜਿਹੇ ਅਹੁਦੇ ਤੇ ਫੇਰ ਦਿੱਤਾ ਜਾਵੇ ਤੇ ਕਿੰਨੀ ਹੈਰਾਨੀ ਦੀ ਗੱਲ ਆ। ਫਿਰ ਉਹ ਆਪਣੀ ਮਨਮਰਜ਼ੀ ਕਰੂਗਾ ਹੀ। ਪਹਿਲਾਂ ਤਾਂ ਉਹ ਪਾਣੀ ਨਹੀਂ ਸੀ ਪੈਣ ਦਿੰਦਾ। ਜਦੋਂ ਉਹਨੂੰ ਮੀਡੀਆ ਵਾਲੇ ਪੁੱਛਦੇ ਸੀਗੇ ਤੁਹਾਡੇ ਕੋਲ ਸਕਾਰਪੀਓ ਰਹੀ ਸੀ, ਕਹਿੰਦਾ ਫਿਰ ਕੀ ਹੋਇਆ, ਸਕਾਰਪੀਓ ਰਹੀ ਸੀ ਚ ਕਿਹੜੀ ਗੱਲ ਆ, ਇਨੋਵਾ ਕਿੱਥੇ ਆ, ਮਿਲ ਜੂਗੀ ਤਾਂ ਕੀ ਹੋਇਆ, ਮਨਸੁਖਨਾ ਤੁਹਾਡੇ ਸੰਬੰਧ ਵਧੀਆ ਸੀਗੇ, ਕਹਿੰਦੇ ਉਸ ਮੇਰੇ ਸਾਰਿਆਂ ਨਾਲ ਹੀ ਹੁੰਦੇ ਆ। ਮਤਲਬ ਕੀ ਪਿਆ, ਉਹਨੇ ਪਾਣੀ ਨਹੀਂ ਪੈਣ ਦਿੱਤਾ। ਜਦੋਂ ਪਰਤਾਂ ਖੁੱਲੀਆਂ, ਜਾਂਚ ਜਿਹੜੀ ਆ ਉਹ NIA ਦੇ ਕੋਲ ਚੱਲ ਗਈ ਤੇ ਸਾਰੀ ਪੂਰੀ ਦੀ ਪੂਰੀ ਕਹਾਣੀ ਇਹਦੇ ਉੱਤੇ ਆ ਕੇ ਡਿੱਗ ਗਈ। ਹੁਣ ਇਹਦੇ ਚ ਨਿਕਲਦਾ ਕੀ ਆ ਬਈ ਅੱਤਵਾਦੀ ਸਾਜ਼ਿਸ਼ ਦਰਸਾਉਣ ਲਈ ਇੱਕ ਪੁਲਸੀਆ ਸਾਜ਼ਿਸ਼ ਖੇਡੀ ਗਈ। ਇੱਕ ਕਿੱਡਾ ਵੱਡਾ ਜਿਹੜਾ ਹੈ ਸੰਤਾਪ ਆ ਦੇਸ਼ ਵਾਸਤੇ, ਜਿੱਥੇ ਪੁਲਿਸ ਖੁਦ ਇਹੋ ਜਿਹੀ ਘਟਨਾ ਨੂੰ ਅੱਤਵਾਦੀ ਸਾਜ਼ਿਸ਼ ਦਰਸਾ ਕੇ ਪੂਰੇ ਦੇਸ਼ 'ਚ ਦਹਿਸ਼ਤ ਫੈਲਾਉਣ ਦੇ ਕੰਮ ਵਿੱਚ ਵੀ ਸ਼ਾਮਲ ਪਾਈ ਜਾਂਦੀ ਆ। ਅੱਜ ਦਾ ਵੀ ਉਹੀ ਦੌਰ ਆ। ਜੇ ਆਪਾਂ 90 ਔਰ 85 ਦਾ ਦੌਰ ਦੇਖੀਏ ਪੰਜਾਬ ਵਾਲਾ, ਉਦੋਂ ਵੀ ਤਕਰੀਬਨ ਪੁਲਿਸ ਨੂੰ ਇਹੋ ਜਿਹੇ ਖੁੱਲੇ ਹੱਥ ਮਿਲੇ ਸੀ ਵੀ ਉਹ ਵੀ ਐਨਕਾਊਂਟਰਾਂ ਦੇ ਵਿੱਚ ਮਾਹਰ ਕਈ ਅਫਸਰ ਬਣ ਗਏ ਸੀਗੇ ਵੀ ਜਿਹਦਾ ਦੇਖੋ ਜਿੱਥੇ ਦੇਖੋ ਉਹਨੂੰ ਐਕਸਟਰਾ ਜੁਡੀਸ਼ੀਅਲ ਕਿਲਿੰਗ ਜਿਹਨੂੰ ਕਹਿ ਦਿੰਦੇ ਆ ਉਹ ਕਰ ਦਿੰਦੇ ਹੁੰਦੇ ਸੀ। ਉਹਦੇ ਵਿੱਚ ਹੀ ਇਹਦਾ ਨਾਂ ਵੀ ਸੀਗਾ। ਹੁਣ ਇਸ ਕਦਰ ਜਦੋਂ ਪੁਲਿਸ ਸ਼ਾਮਲ ਪਾਈ ਜਾਂਦੀ ਆ ਤੇ ਉਹਦੇ ਵਿੱਚ ਉਦੋਂ ਸਰਕਾਰ ਵੀ ਆਪਣਾ ਬੈਕਫੁੱਟ ਤੇ ਆ ਗਈ ਆ। ਜਿੱਥੇ ਉਹ ਇਹਨੂੰ ਬਚਾਉਣ ਤੇ ਲੱਗੀ ਸੀਗੀ, ਜਿੱਥੇ ਉਹ ਇਹਨੂੰ ਅੱਤਵਾਦੀ ਸਾਜ਼ਿਸ਼ ਦੀ ਰੰਗਤ ਦੇ ਵਿੱਚ ਪੂਰੀ ਤਰ੍ਹਾਂ ਦਰਸਾਉਣ 'ਚ ਲੱਗੀ ਸੀਗੀ, ਉੱਥੇ ਹੁਣ ਉਹਨਾਂ ਦਾ ਜਿਹੜਾ ਐਸਾ ਪਰਦਾਫਾਸ਼ ਹੋਇਆ ਤੇ ਹੁਣ ਜਿਹੜੇ ਉਹ ਭਾਜਪਾ ਦੇ ਸਾਬਕਾ ਮੁੱਖ ਮੰਤਰੀ ਆ ਉਹਨਾਂ ਨੇ ਦੁਬਾਰਾ ਫੇਰ ਕਿਹਾ ਸੀਗਾ ਵੀ ਇਹ ਹਜੇ ਤਾਂ ਇੱਕ ਛੋਟਾ ਜਿਹਾ ਮੋਹਰਾ ਆ, ਇਹਦੇ ਹਰੇ ਆਉਣ ਵਾਲੀਆਂ ਪਰਤਾਂ ਖੁੱਲਣ ਦਿਓ, ਦੇਖੋ ਕੀ ਕੀ ਨਵੇਂ ਖੁਲਾਸੇ ਹੁੰਦੇ ਆ। ਇਹੀ ਕਾਰਨ ਆ ਵੀ ਪੁਲਿਸ ਦੇ ਉੱਤੇ ਕੁਝ ਸਮੇਂ ਦੇ ਵਿੱਚ ਜੇ ਲੋਕਾਂ ਦਾ ਵਿਸ਼ਵਾਸ ਭਰੋਸਾ ਬਹਾਲ ਹੁੰਦਾ ਆ, ਬਣਦਾ ਆ, ਤੇ ਜਦੋਂ ਇਹੋ ਜਿਹੀ ਘਟਨਾ ਕੋਈ ਸਾਹਮਣੇ ਆ ਜਾਂਦੀ ਆ ਤੇ ਫਿਰ ਉਦੋਂ ਫਿਰ ਡਗਮਗਾਉਣ ਲੱਗ ਜਾਂਦਾ ਪਈ ਯਾਰ ਪੁਲਿਸ ਵੀ ਐਂ ਕਰ ਸਕਦੀ ਆ। ਲੋੜ ਕੀ ਪਈ ਸੀਗੀ ਇਹ ਹਜੇ ਕੁਝ ਨਹੀਂ ਪਤਾ ਲੱਗਾ ਇਹ ਉਹਨੇ ਕੀਤਾ ਤੇ ਕਿਉਂ ਕੀਤਾ, ਕੀ ਕਾਰਨ ਸੀਗਾ। ਕਿਉਂਕਿ ਇਸ ਵੇਲੇ ਮੁਕੇਸ਼ ਅੰਬਾਨੀ ਜੇ ਦੇਖੀਏ ਤੇ ਸਰਕਾਰਾਂ ਦੇ ਵੀ ਬਹੁਤ ਨੇੜੇ ਆ, ਕੇਂਦਰ ਸਰਕਾਰ ਦੇ, ਬਾਕੀ ਵਰਲਡ ਲੈਵਲ ਤੇ ਵੀ ਉਹਦਾ ਨਾਂ ਆ, ਅਮੀਰਾਂ ਦੇ ਵਿੱਚ ਤਾਂ ਹੈਗਾ, ਉਦਯੋਗਪਤੀਆਂ ਦੇ ਵਿੱਚ ਵੀ ਉਹਦਾ ਪੂਰਾ ਨਾਂ ਆ। ਤੇ ਉਹਦੇ ਨਾਲ ਇਹੋ ਜਿਹੀ ਘਟਨਾ ਨੂੰ ਦਰਸਾ ਕੇ ਇਦਾਂ ਦੀ ਰੰਗਤ ਦੇਣੀ, ਉਹਦੇ ਪਿੱਛੇ ਕੀ ਕਾਰਨ ਹੋ ਸਕਦਾ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਪਰਤਾਂ ਖੁੱਲਣਗੀਆਂ। ਪਰ ਪੁਲਿਸ ਦਾ ਚਿਹਰਾ ਜਿਹੜਾ ਆ ਉਹ ਜ਼ਰੂਰ ਨੰਗਾ ਹੋਇਆ ਆ। ਇਹ ਸਚਿਨ ਵਾਜ਼ੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ, ਉਹਨੂੰ NIA ਦੀ 25 ਮਾਰਚ ਤੱਕ ਦੀ ਹਿਰਾਸਤ ਵਿੱਚ ਭੇਜਤਾ ਆ। ਉਹਦੇ ਤੋਂ ਹੁਣ ਜਿਸ ਤਰੀਕੇ ਨਾਲ ਉਹ ਐਨਕਾਊਂਟਰ ਕਰਦਾ ਸੀ ਜਾਂ ਪਹਿਲਾਂ ਬੰਦਿਆਂ ਨੂੰ ਫੜਦਾ ਸੀਗਾ, ਕ੍ਰਿਮੀਨਲਾਂ ਨੂੰ, ਜੋ ਅਪਰਾਧੀਆਂ ਨੂੰ, ਕਈ ਵਾਰੀ ਸਾਰੇ ਅਪਰਾਧੀ ਨਹੀਂ ਹੁੰਦੇ, ਉਹਨਾਂ ਵਿੱਚ ਕਈ ਜਿਹੜੇ ਹਾਲਾਤ ਉਹਨਾਂ ਨੂੰ ਬਣ ਜਾਂਦੇ ਆ ਤੇ ਉਹਨਾਂ ਨੂੰ ਕਈ ਪੁਲਿਸ ਵਾਲੇ ਚੰਗੇ ਹੁੰਦੇ ਆ ਜਿਹੜੇ ਉਹ ਮੁੜ ਕੇ ਉਹਨਾਂ ਨੂੰ ਵਾਪਸ ਲੈ ਆਉਂਦੇ ਆ, ਉਹਨਾਂ ਹਾਲਾਤਾਂ ਚੋਂ ਕੱਢ ਕੇ ਲੈ ਆਉਂਦੇ ਆ, ਉਹਨਾਂ ਦੇ ਵਿੱਚੋਂ ਅਪਰਾਧੀਕਰਨ ਖਤਮ ਕਰਕੇ ਇੱਕ ਚੰਗਾ ਨਾਗਰਿਕ ਬਣਾਉਣ ਦੇ ਵਿੱਚ ਵੀ ਪੁਲਿਸ ਵਾਲੇ ਮਦਦ ਕਰਦੇ ਆ। ਪਰ ਜਦੋਂ ਆਪਾਂ ਸਿੱਧਾ ਹੀ ਉਹਨੂੰ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਰਕੇ ਉਹਦਾ ਕਤਲ ਕਰ ਤੋਂ ਉਹਦਾ ਮੁਕਾਬਲਾ ਬਣਾ ਦਿਓ ਤਾਂ ਫਿਰ ਉਹ ਕਿੱਥੋਂ ਤੱਕ ਇਹ ਇਹੋ ਜਿਹੇ ਕੇਸ ਅਦਾਲਤਾਂ ਦੇ ਵਿੱਚ ਬਹੁਤ ਪੈਂਡਿੰਗ ਆ, ਪੰਜਾਬ ਨਾਲ ਸੰਬੰਧਿਤ ਵੀ ਆਪਾਂ ਦੇਖੀਏ ਤੇ ਇਹਦੇ ਵਿੱਚ ਵੀ ਕਈ ਪੁਲਿਸ ਵਾਲਿਆਂ ਨੂੰ ਸਜ਼ਾ ਵੀ ਹੋਈ ਆ। ਅੱਜ ਦੇ ਸਮੇਂ ਦੇ ਵਿੱਚ ਉਹ ਪੁਲਿਸ ਵਾਲੇ ਜੇ 85-90 ਦੇ ਵਿੱਚ ਝੂਠੇ ਮੁਕਾਬਲਿਆਂ ਦੇ ਵਿੱਚ ਪਾਏ ਗਏ ਸੀ, ਚਾਹੇ DSP ਆ ਚਾਹੇ SP ਆ, ਇਸ ਵੇਲੇ ਦੇ ਰੈਂਕ ਤੱਕ ਵਾਲੇ ਵੀ ਪੁਲਿਸ ਅਫਸਰਾਂ ਨੂੰ ਅਦਾਲਤਾਂ ਜੇਲ੍ਹ 'ਚ ਭੇਜ ਚੁੱਕੀਆਂ, ਸਜ਼ਾਵਾਂ ਹੋ ਚੁੱਕੀਆਂ। ਹੁਣ ਸਚਿਨ ਵਾਜ਼ੇ ਦਾ ਕੀ ਹੁੰਦਾ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਪਰ ਹਾਲੇ ਉਹਦੇ ਤੋਂ ਜਿਸ ਤਰੀਕੇ ਨਾਲ ਉਹ ਪੁੱਛਗਿੱਛ ਕਰਦਾ ਹੁੰਦਾ ਸੀਗਾ, ਇੰਟੈਰੋਗੇਸ਼ਨ ਉਹ ਕਰਦਾ ਹੁੰਦਾ ਸੀਗਾ, ਹੁਣ ਉਹਦੇ ਤੋਂ ਹੀ ਇਹੋ ਜਿਹੀ ਇੰਟੈਰੋਗੇਸ਼ਨ ਹੋ ਰਹੀ ਆ। ਸਭ ਤੋਂ ਵੱਡਾ ਸਵਾਲ ਇਹੀ ਆਉਂਦਾ ਵੀ ਜਿਹੜਾ ਬੰਦਾ ਖੁਦ ਇਨਵੋਲਵ ਸੀਗਾ ਉਹਨੂੰ ਹੀ ਇਸ ਜਾਂਚ ਦਾ ਜ਼ਿੰਮਾ ਦੇਣਾ ਤੇ ਉਹ ਬਾਅਦ 'ਚ ਫਿਰ ਇਸ ਨੂੰ ਹੋਰ ਕਿੱਦਾਂ ਦੀ ਰੰਗਤ ਦਿੰਦਾ ਕੇਸ ਨੂੰ, ਜੇ ਇਹੋ ਜਿਹੇ ਖੁਲਾਸੇ ਨਾ ਹੁੰਦੇ ਤਾਂ ਫਿਰ ਆਪਣੇ ਆਪ 'ਚ ਇੱਕ ਬਹੁਤ ਹੈਰਾਨੀ ਵਾਲੀ ਗੱਲ ਹੋਣੀ ਸੀਗੀ। ਇਹ ਵੀ ਸਰਕਾਰਾਂ ਨੂੰ, ਪੁਲਿਸ ਮਹਿਕਮੇ ਨੂੰ, ਪ੍ਰਸ਼ਾਸਨ ਨੂੰ ਇਹ ਸਾਰਾ ਕੁਝ ਵਾਚ ਕੇ ਹੀ ਕਰਨਾ ਚਾਹੀਦਾ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਇਹਦਾ ਵਿਸ਼ਵਾਸ ਪਹਿਲਾਂ ਵਾਂਗੂ ਬਣਿਆ ਰਹੇ। ਜੀ ਤੇ ਅਵਤਾਰ ਜੀ ਬੜੇ ਵਿਸਥਾਰ ਨਾਲ ਤੁਸੀਂ ਇਸ ਮੁੱਦੇ ਤੇ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਤੇ ਅਗਲੀ ਗੱਲ ਵੱਲ ਆਈਏ ਤੇ ਅਗਲੀ ਗੱਲ ਹੈ ਕਿਸਾਨ ਅੰਦੋਲਨ ਦੇ ਨਾਲ ਜੁੜੀ ਹੋਈ। ਜੀ ਸਰਹੱਦਾਂ ਤੇ ਕੁਝ ਇੱਕ ਕਿਸਾਨ ਪੱਕੇ ਘਰ ਬਣਾ ਰਹੇ ਨੇ, ਸੰਯੁਕਤ ਕਿਸਾਨ ਮੋਰਚਾ ਇਨਕਾਰ ਕਰ ਰਿਹਾ ਹੈ ਤੇ ਉਧਰ ਪੁਲਿਸ ਜਿਹੜੀ ਉਹ ਪੱਬਾਂ ਪਾ ਰਹੀ ਵੀ ਕੇਸ ਦਰਜ ਕਰਨੇ ਨੇ। ਇਹ ਸਾਰਾ ਮਾਮਲਾ ਕੀ ਹੈ? ਨਹੀਂ ਹੁਣ ਤਾਂ ਇਹ ਕੇਸ ਦਰਜ ਕਰ ਰਹੇ ਆ, ਨੈਸ਼ਨਲ ਹਾਈਵੇ ਅਥਾਰਟੀ ਕਹਿ ਰਹੀ ਆ ਵੀ ਸਾਡੀ ਸੜਕ ਆ ਇਹਦੇ ਤੇ ਪੱਕੀ ਸੜਕ, ਪੱਕੇ ਮਕਾਨ ਬਣਾ ਰਹੇ ਆ ਵੀ ਇਹ ਇਲੀਗਲ ਆ ਜੀ, ਗੈਰ ਕਾਨੂੰਨੀ ਆ, ਬਣਾ ਨਹੀਂ ਸਕਦੇ। ਤਾਂ ਨੈਸ਼ਨਲ ਹਾਈਵੇ ਅਥਾਰਟੀ ਉਦੋਂ ਕਿੱਥੇ ਸੀਗੀ ਜਦੋਂ ਹਰਿਆਣਾ ਸਰਕਾਰ ਨੇ 10-10 ਫੁੱਟ ਡੂੰਘੇ ਟੋਏ ਪੱਟਦੇ ਸੀਗੇ ਜੀ, ਸੜਕਾਂ ਜਿਹੜੀ ਮੇਨ ਹਾਈਵੇ ਪੱਟ ਦਿੱਤਾ ਸੀਗਾ, ਉਦੋਂ ਕਿੱਥੇ ਸੀਗੀ? ਹਾਈਵੇ ਦੇ ਉੱਤੇ ਐਡੇ ਵੱਡੇ ਕੰਟੇਨਰ ਲਾ ਕੇ ਬਲੌਕ ਕਰ ਦਿੱਤੇ ਸੀਗੇ, ਉਦੋਂ ਹਾਈਵੇ ਕਿੱਥੇ ਸੀਗੀ, ਅਥਾਰਟੀ ਕਿੱਥੇ ਸੀ? ਉਹਨਾਂ ਦੇ ਉੱਤੇ ਇਹੋ ਜਿਹੇ ਕਿੱਲ ਵਿਛਾਤੇ ਗਏ
ਕਿੱਲ ਵੀ ਵਿਛਾਏ ਆ, ਫਿਰ ਉਹਨੇ ਬੈਰੀਕੇਡਿੰਗ 10-10 12-12 ਲੇਅਰਾਂ ਦੀਆਂ ਕਰਤੀਆਂ। ਹਾਈਵੇ ਅਥਾਰਟੀ ਉਦੋਂ ਕਿੱਥੇ ਸੀਗੀ? ਕੰਧਾਂ ਉਸਾਰਤੀਆਂ ਪੱਕੀਆਂ ਪਏ ਕਿਸਾਨ ਇੱਧਰ ਨੂੰ ਨਾ ਆਉਣ, ਹਾਈਵੇ ਅਥਾਰਟੀ ਉਦੋਂ ਕਿੱਥੇ ਸੀਗੀ? ਇਸ ਗੱਲ ਦਾ ਜਵਾਬ ਉਹਨਾਂ ਕੋਲ ਹੈ ਨਹੀਂ। ਪਰ ਕਿਸਾਨਾਂ ਨੇ ਜ਼ਰੂਰ ਜੇ ਇੱਟਾਂ ਗਾਰੇ ਦੀਆਂ ਲਾ ਕੇ ਕੁਛ ਝੋਪੜੀ ਟਾਈਪ ਆਪਣੇ ਆਪ ਨੂੰ ਬਚਾਉਣ ਲਈ ਗਰਮੀ ਤੋਂ ਇਹ ਪ੍ਰਬੰਧ ਕਰਨ ਲੱਗੇ ਆ, ਤਾਂ ਉਹ ਫਟਾਫਟ ਪੁਲਿਸ ਦੀ ਨਿਗਾਹ 'ਚ ਆ ਗਏ ਆ। ਪਰ ਇਹਦੇ ਪਿਛਲੇ ਕਾਰਨ ਨੂੰ ਫਿਰ ਨਹੀਂ ਦੇਖਦੇ ਵੀ ਇਹਨਾਂ ਨੂੰ ਮਜਬੂਰ ਕੌਣ ਕਰ ਰਿਹਾ ਇੱਥੇ ਬੈਠਣ ਲਈ। ਤੁਸੀਂ ਗੱਲ ਨਿਬੇੜੋ, ਕੰਮ ਨੇ ਇਹਨਾਂ ਦਾ ਜੋ ਕੰਮ ਮੰਗਾ ਕਰਦੇ ਆ, ਮੰਗਾ ਮੰਨੋ, ਆਪਣੇ ਘਰਾਂ 'ਚ ਜਾਣ। ਇਹਨਾਂ ਨੂੰ ਕਿਹੜਾ ਚਾਅ ਆਉਂਦਾ ਘਰ ਦੀਆਂ ਐਡੇ ਵੱਡੇ ਵੱਡੀਆਂ ਕੋਠੀਆਂ ਛੱਡ ਕੇ ਕਿਸਾਨ ਆਪਣੇ ਸੜਕਾਂ ਦੇ ਉੱਤੇ ਇੱਟਾਂ ਗਾਰਿਆਂ ਵਾਲੀ ਆਪ ਬਣਾ ਕੇ ਜਿਹੜੀਆਂ ਕੰਧਾਂ ਤੇ ਉਹ ਲੇਪਾ ਪੋਚੀ ਕਰਕੇ ਤੇ ਉਹਨੂੰ ਇੱਕ ਆਰਜੀ ਤੌਰ ਤੇ ਬਣਾ ਕੇ ਰਹਿਣ ਲੱਗੇ ਆ। ਉਹਨਾਂ ਨੂੰ ਕਿਹੜਾ ਚਾਅ ਆਉਂਦਾ? ਹੁਣ ਉਹਦੇ ਵਿੱਚ ਉਹਨਾਂ ਨੇ ਕੂਲਰ ਵੀ ਲਾਏ ਆ, ਪੱਖੇ ਵੀ ਲਾਉਣੇ ਆ, ਏਸੀ ਵੀ ਲਾਉਣਾ ਆ। ਕਈਆਂ ਨੇ ਤਾਂ ਬਾਂਸ ਦੇ ਖੜੇ ਕੀਤੇ ਆ ਉੱਚੇ ਉੱਚੇ ਬਣਾ ਕੇ। ਬਾਂਸ ਵਾਲੇ ਕਹਿੰਦੇ ਛੇਤੀ ਗਰਮ ਨਹੀਂ ਹੁੰਦੇ, ਇਸ ਕਰਕੇ ਥੋੜੀ ਰਾਹਤ ਮਿਲੂਗੀ। ਹੁਣ ਗੱਲ ਤਾਂ ਉੱਥੇ ਆਉਂਦੀ ਆ ਵੀ ਖੜੋਤ ਗੱਲਬਾਤ ਦੀ ਹੋਈ ਆ। ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਦੀ ਸੰਭਾਵਨਾ ਨਜ਼ਰ ਵੀ ਕੋਈ ਨਹੀਂ ਆ ਰਹੀ। ਖਾਸ ਕਰਕੇ 2 ਮਈ ਤੱਕ ਤਾਂ ਬਿਲਕੁਲ ਵੀ ਆਪਾਂ ਨੂੰ ਭੁੱਲ ਜਾਣਾ ਚਾਹੀਦਾ ਕਿ ਕੇਂਦਰ ਕੋਈ ਗੱਲਬਾਤ ਦਾ ਸੱਦਾ ਦਊਗੀ, ਜਿੰਨਾ ਚਿਰ 50 ਰਾਜਾਂ ਦੀਆਂ ਚੋਣਾਂ ਦਾ ਨਤੀਜਾ ਨਹੀਂ ਆਉਂਦਾ। ਸੋ ਇਹ ਜਿਹੜੇ ਕੇਸ ਦਰਜ ਪੁਲਿਸ ਨੇ ਕਰਤੇ ਆ, ਉਸ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਨੇ ਵੀ ਸਪਸ਼ਟੀਕਰਨ ਦੇ ਦਿੱਤਾ ਵੀ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ, ਅਸੀਂ ਇਹਦਾ ਕਦੀ ਵੀ ਇਜਾਜ਼ਤ ਨਹੀਂ ਦੇਵਾਂਗੇ। ਪੱਕੇ ਮਕਾਨ ਨਹੀਂ ਬਣਾਉਣੇ, ਨਾ ਹੀ ਅਸੀਂ ਕਿਹਾ ਤੇ ਨਾ ਹੀ ਇਹ ਕਿਸਾਨ ਗਾਹਾਂ ਬਣਾਉਣ। ਫਿਲਹਾਲ ਰੋਕ ਦਿੱਤਾ ਗਿਆ ਕੰਮ ਤੇ ਇਸ ਵੇਲੇ ਆਪਾਂ ਵੀ ਪ੍ਰੋਗਰਾਮ ਨੂੰ ਥੋੜੀ ਦੇਰ ਲਈ ਰੋਕਦੇ ਹਾਂ ਕਿਉਂਕਿ ਵੇਲਾ ਹੈ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਸ਼ੇਰਗਿੱਲ ਜੀ, ਅਗਲਾ ਮੁੱਦਾ ਬੜਾ ਗੰਭੀਰ ਹੈ। ਸੱਤਿਆਪਾਲ ਮਲਿਕ ਉਹਨਾਂ ਨੇ ਕੇਂਦਰ ਸਰਕਾਰ ਨੂੰ ਕੋਈ ਸੁਨੇਹਾ ਦਿੱਤਾ ਹੈ ਤੇ ਉਹ ਖਾਸ ਸੁਨੇਹਾ ਹੈ ਕੀ? ਇਹਦੇ ਬਾਰੇ ਦੱਸ ਦਿਓ। ਇਹ ਮੇਘਾਲਿਆ ਦੇ ਇਸ ਵੇਲੇ ਰਾਜਪਾਲ ਨੇ ਜੀ, ਤੇ ਜੰਮੂ ਕਸ਼ਮੀਰ ਵਿੱਚ ਜਦੋਂ 370 ਹਟਾਈ ਸੀ ਉਦੋਂ ਵੀ ਰਾਜਪਾਲ ਸੱਤਿਆਪਾਲ ਮਲਿਕ ਹੀ ਸੀ। ਜੇ ਆਪਾਂ ਕਹੀਏ ਵੀ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਗ੍ਰਹਿ ਮੰਤਰੀ ਹੋਰਾਂ ਦੇ ਖਾਸਮ ਖਾਸ ਸ਼ਖਸੀਅਤ ਜਿਹੜੀ ਸੱਤਿਆਪਾਲ ਮਲਿਕ ਹੈ, ਔਰ ਬੋਲਡ ਬੇਬਾਕ ਬੋਲਣ ਵਾਲੀ ਜਿਹੜੀ ਇਹ ਸ਼ਖਸੀਅਤ ਆ ਜੀ। ਖੈਰ ਇਸ ਗੱਲ ਨੂੰ ਵੀ ਮੈਂ ਦੁਬਾਰਾ ਇਹ ਤਾਂ ਕਹਿਣਾ ਚਾਹੁੰਦਾ ਵੀ ਇਹਦੇ ਦਾਦ ਦੇਣੀ ਬਣਦੀ ਆ ਇਸ ਬੰਦੇ ਨੇ ਜਿਹੜਾ ਕੇਂਦਰ ਦੇ ਉੱਤੇ ਇਹ ਸਵਾਲ ਉਠਾਇਆ ਵੀ ਤੁਸੀਂ ਕਿਸਾਨਾਂ ਤੇ ਦਮਨ ਕਰ ਰਹੇ ਆ, ਦਮਨ ਕਰਨਾ ਬੰਦ ਕਰੋ। ਇਹ ਵੀ ਇੱਕ ਹਿੰਮਤ ਚਾਹੀਦੀ ਆ, ਇੱਕ ਸਟਰੋਂਗ ਬਣਨਾ ਪੈਂਦਾ, ਕਿਉਂਕਿ ਆਮ ਰਾਏ ਇਹ ਹੁੰਦੀ ਆ ਵੀ ਜਿੰਨੇ ਸੂਬਿਆਂ ਦੇ ਵਿੱਚ ਰਾਜਪਾਲ ਬਣੇ ਹੁੰਦੇ ਆ ਜਾਂ ਬਣਾਏ ਜਾਂਦੇ ਆ ਉਹ ਕੇਵਲ ਤਾਂ ਕੇਵਲ ਕੇਂਦਰ ਸਰਕਾਰ ਦੀ ਇੱਕ ਰਬੜ ਦੀ ਮੋਹਰ ਹੁੰਦੀ ਆ। ਜਦੋਂ ਜੀ ਚਾਹੇ ਕੇਂਦਰ ਸਰਕਾਰ ਕਹਿ ਦੇਣ ਵੀ ਆਹ ਕਰ ਦਿਓ ਸਟੇਟ 'ਚ ਕੰਮ, ਉਹਨਾਂ ਨੇ ਕਰ ਦੇਣਾ। ਉਹਨਾਂ ਨੇ ਕੁਝ ਨਹੀਂ ਦੇਖਣਾ ਵੀ ਇਹਦੇ ਵਿੱਚ ਕੀ ਹੋ ਰਿਹਾ ਕੀ ਨਹੀਂ, ਕਿਉਂਕਿ ਉਹ ਟੋਟਲੀ ਜਦੋਂ ਰਬੜ ਦੀ ਮੋਹਰ ਕਹਿਤੀ ਤੇ ਫਿਰ ਉਹਨਾਂ ਨੇ ਚੱਕ ਕੇ ਲਾਉਣੀ ਉਹਨਾਂ ਨੇ ਹੁੰਦੀ ਆ, ਕੇਂਦਰ ਨੇ। ਪਰ ਇਹੋ ਜਿਹੇ ਸ਼ਖਸ ਨੇ ਇੱਦਾਂ ਆ ਕੇ ਖੁੱਲ੍ਹੇਆਮ ਕਿਸਾਨ ਅੰਦੋਲਨ ਦਾ ਸਮਰਥਨ ਕਰ ਦੇਣਾ, ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਆ। ਔਰ ਇਹਦੇ ਪ੍ਰਤੀ ਕੇਂਦਰ ਨੂੰ ਵੀ ਸੋਚਣਾ ਪਊਗਾ ਗੰਭੀਰਤਾ ਨਾਲ ਵੀ ਇਹ ਗੱਲ ਕਿੱਥੇ ਜਾਂਦੀ ਆ। ਅਗਲੀ ਗੱਲ ਇਹ ਆ ਵੀ ਖੈਰ ਇੱਕ ਵਾਰ ਆ ਕੇ ਇੱਕ ਜ਼ਮੀਰ ਤਾਂ ਜਾਗੀ ਕਿਸੇ ਦੀ, ਬੇਸ਼ੱਕ ਸੱਤਿਆਪਾਲ ਮਲਿਕ ਦੇ ਰੂਪ ਵਿੱਚ ਹੀ ਜਾਗੀ ਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਕਹਿੰਦਾ ਵੀ ਜੇ ਹੋਰ ਵੀ ਰਾਜਪਾਲ ਇਹਨਾਂ ਤੋਂ ਸੇਧ ਲੈਣ, ਇਹਨਾਂ ਤੋਂ ਪ੍ਰੇਰਨਾ ਲੈਣ, ਜੋ ਸਹੀ ਆ ਉਹ ਬਿਆਨ ਕਰਨ, ਤਾਂ ਫਿਰ ਆਪਾਂ ਉਹਨਾਂ ਨੂੰ ਵੀ ਕਹਾਂਗੇ ਵੀ ਵਾਕਈ ਉਹਨਾਂ ਦੇ ਵੀ ਜ਼ਮੀਰ ਜਾਗੀ ਆ। ਖੈਰ ਇਹਨਾਂ ਨੂੰ ਸਲੂਟ ਬਣਦਾ ਆ ਜਿਹੜਾ ਸੱਤਿਆਪਾਲ ਮਲਿਕ ਹੋਣੀ ਆ ਇੰਨੇ ਬੇਬਾਕ ਨਾਲ ਤਰੀਕੇ ਨਾਲ ਕਿਸਾਨਾਂ ਦੇ ਹੱਕ 'ਚ ਆ ਗਏ। ਔਰ ਉਹਨਾਂ ਨੇ ਕਿਹਾ ਵੀ, ਉਹਨਾਂ ਦੀ ਵੀਡੀਓ ਸੁਣਦਾ ਸੀ ਮੈਂ, ਉਹਨੇ ਕਿਹਾ ਕਹਿੰਦੇ ਵੀ ਆਮ ਕਰਕੇ ਇਹ ਕਿਹਾ ਜਾਂਦਾ ਵੀ ਰਾਜਪਾਲ ਕੁਝ ਬੋਲ ਨਹੀਂ ਸਕਦਾ, ਉਹ ਤਾਂ ਸਿਰਫ ਸਾਈਨ ਕਰਨੇ ਹੁੰਦੇ ਆ, ਉਹਨੇ ਹੋਰ ਉਹਦਾ ਕੰਮ ਨਹੀਂ ਬੋਲਣ ਦਾ ਕੁਝ ਵੀ। ਪਰ ਮੈਨੂੰ ਕਹਿੰਦਾ ਕਿਹਾ ਵੀ ਗਿਆ ਕਿ ਤੁਸੀਂ ਇੱਦਾਂ ਨਾ ਬੋਲਿਓ, ਵੀ ਹੋ ਸਕਦਾ ਇਹਦੇ ਪ੍ਰਤੀ ਉਹਨਾਂ ਨੂੰ ਆਗਾਹ ਵੀ ਕੀਤਾ ਹੋਵੇ ਵੀ ਇਹਦਾ ਨਤੀਜਾ ਕੀ ਹੋ ਸਕਦਾ। ਤੇ ਉਹ ਕਹਿੰਦੇ ਮੈਨੂੰ ਨਤੀਜੇ ਦੀ ਨਹੀਂ ਪਰਵਾਹ, ਮੈਨੂੰ ਪਤਾ ਵੀ ਆ ਕੀ ਹੋਣਾ। ਕਹਿੰਦਾ ਮੈਂ ਹੁਣ 370 ਜੰਮੂ ਕਸ਼ਮੀਰ 'ਚ ਖਤਮ ਕਰ ਆਇਆ, ਇਦੋਂ ਵੱਧ ਹੋਰ ਮੈਂ ਕਰ ਵੀ ਕੀ ਸਕਦਾ। ਜੋ ਮੈਂ ਕਰਨਾ ਸੀਗਾ ਔਰ ਕੀਤਾ ਵੀ, ਕਿਉਂਕਿ ਕੇਂਦਰ ਸਰਕਾਰ ਤਾਂ ਕਹਿੰਦੀ 370 ਸਹੀ ਕੀਤਾ ਤੇ ਰਾਜਪਾਲ ਨੇ ਵੀ ਸਹੀ ਕੀਤਾ, ਉਹ ਵੀ ਕਹੂਗਾ ਮੈਂ ਸਹੀ ਕੀਤਾ। ਤੇ ਜੋ ਮੈਂ ਉਸ ਕੰਮ ਰਾਜ ਦੇ ਵਿੱਚ ਕਰਿਆ ਆ ਉਹ ਤੋਂ ਵੱਧ ਤਾਂ ਹੋਰ ਕੋਈ ਨਹੀਂ ਕਰ ਸਕਦਾ, ਤਾਂ ਮੈਂ ਇਹਨਾਂ ਦੇ ਵਧੀਆ ਕੰਮ ਕਰਕੇ ਆਇਆ। ਪਰ ਹੁਣ ਇਹ ਤੋਂ ਵੱਧ ਹੋਰ ਕੀ ਹੋ ਸਕਦਾ, ਜੋ ਮੇਰੇ ਨਾਲ ਹੋਊਗਾ ਦੇਖੀ ਜਾਊ। ਪਰ ਜਿਹੜੇ ਉਹਨਾਂ ਨੇ ਦ੍ਰਿਸ਼ਟਾਂਤ ਔਰ ਜਿਹੜੀ ਉਦਾਹਰਣ ਦਿੱਤੀ ਆ ਉਹ ਕਾਬਲੇ ਤਾਰੀਫ ਆ। ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਵੀ ਜਿਹੜੇ ਸਿੱਖ ਕੌਮ ਆ ਨਾ, ਇਹ 300 ਸਾਲ ਤੱਕ ਵੀ ਕਿਸੇ ਗੱਲ ਨੂੰ ਭੁੱਲਦੀ ਨਹੀਂ। ਇਹ ਬਹੁਤ ਵੱਡੀ ਗੱਲ ਹੈ, ਛੋਟੀ ਨਹੀਂ ਹੈ। ਔਰ ਉਹਨੂੰ 84 ਤੱਕ ਲੈ ਜਾਣਾ ਪਿੱਛੇ। ਵੀ ਮੈਂ ਤੁਹਾਨੂੰ ਉਦਾਹਰਣ ਦਿੰਦਾ ਇੰਦਰਾ ਗਾਂਧੀ ਦੀ, ਕਹਿੰਦੇ ਅਰੁਣ ਨਹਿਰੂ ਹੁੰਦੇ ਸੀ ਇੰਦਰਾ ਗਾਂਧੀ ਦੇ ਬਹੁਤ ਨੇੜੇ। ਉਹਨਾਂ ਨੇ ਕਹਿੰਦਾ ਵੀ ਜਦੋਂ ਇੰਦਰਾ ਗਾਂਧੀ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਮਨ 'ਚ ਘਬਰਾਈ ਬਹੁਤ ਸੀਗੀ, ਕੁਦਰਤੀ ਹੈ ਸਾਰਿਆਂ ਨੂੰ ਪਤਾ। ਤੇ ਉਹਨੂੰ ਘਬਰਾਉਣ ਤੋਂ ਬਾਅਦ ਇੰਨਾ ਸੀਗਾ ਵੀ ਉਹਨੂੰ
ਡਰ ਲੱਗਣ ਲੱਗ ਪਿਆ ਸੀਗਾ ਵੀ ਪਤਾ ਨਹੀਂ ਮੈਨੂੰ ਹੁਣ ਕੀ ਹੋ ਜਾਣਾ, ਵੀ ਮੈਂ ਪੰਗਾ ਵੱਡਾ ਲੈ ਬੈਠੀ ਆ। ਰੁਕਿਆ ਉਦੋਂ ਪਹਿਲਾਂ ਵੀ ਸੀਗਾ ਉਹਨੂੰ ਕਈਆਂ ਨੇ, ਪਰ ਉਦੋਂ ਹੋ ਸਕਦਾ ਆਪਣੀ ਤਾਕਤ, ਕਿਉਂਕਿ ਆਇਰਨ ਲੇਡੀ ਕਹਿੰਦੇ ਨਾ ਉਹਨੂੰ, ਤਾਕਤ ਦੇ ਵਿੱਚ ਨਹੀਂ ਉਹਨੂੰ ਇਹੋ ਜਿਹੀ ਸੂਝ ਹੋਣੀ ਆ। ਬਾਅਦ 'ਚ ਫਿਰ ਉਹ ਕਹਿੰਦੇ ਵੀ ਉਹ ਮਹਾਮ੍ਰਿਤੁੰਜਯ ਪਾਠ ਕਰਾਉਂਦੀ ਰਹੀ ਜੀ। ਇਹ ਸਤਪਾਲ ਮਲਿਕ ਦੀ ਜ਼ਬਾਨੀ ਆ, ਮੈਂ ਨਹੀਂ ਕਹਿ ਰਿਹਾ। ਉਹ ਕਹਿੰਦੇ ਵੀ ਉਹਨਾਂ ਨੇ ਮਹਾਮ੍ਰਿਤੁੰਜਯ ਪਾਠ ਕਰਾਏ। ਅਰੁਣ ਨਹਿਰੂ ਉਹਨਾਂ ਨੇ ਪੁੱਛਿਆ ਵੀ ਇਹ ਕਿਉਂ ਕਰਾਉਂਦੇ ਤੁਸੀਂ? ਉਹ ਕਹਿੰਦੇ ਵੀ ਇਹਦੇ ਨਾਲ ਜਿਹੜੀ ਮੌਤ ਦੀ ਬਲਾ ਆ ਉਹ ਟਲ ਜਾਂਦੀ, ਇਸ ਕਰਕੇ ਮੈਂ ਇਹਨੂੰ ਕਰਾ ਰਹੀ ਆ। ਤੇ ਸਤਪਾਲ ਮਲਿਕ ਹੋਣਾ ਨੇ ਉਹਦਾ ਉਦਾਹਰਣ, ਉਹਦਾ ਦ੍ਰਿਸ਼ਟਾਂਤ ਇਸ ਕਰਕੇ ਦਿੱਤਾ ਵੀ ਦੇਖ ਲਓ ਵੀ ਉਹ ਮਹਾਮ੍ਰਿਤੁੰਜਯ ਪਾਠ ਕਰਾਉਂਦੀ ਸੀ, ਪਰ ਉਹ ਬਹੁਤ ਵੱਡੀ ਭੁੱਲ ਕਰ ਬੈਠੀ ਸੀਗੀ। ਇਹਦੇ ਸੰਦਰਭ ਦੇ ਵਿੱਚ ਹੀ, ਸੰਦਰਭ ਕੋਈ ਵੀ ਹੋਵੇ ਉਹਨੂੰ ਪੋਜ਼ਿਟਿਵਿਟੀ ਲਈ ਲੈ ਲੈਣਾ ਚਾਹੀਦਾ, ਚੰਗਾ ਹੁੰਦਾ, ਨੈਗੇਟਿਵਿਟੀ ਨਹੀਂ ਚਾਹੀਦੀ ਆ। ਉਸੇ ਸੰਦਰਭ ਦੇ ਵਿੱਚ ਉਹਨਾਂ ਨੇ ਇਹ ਨਹੀਂ ਕਿਹਾ ਵੀ ਕੇਂਦਰ ਸਰਕਾਰ ਨੂੰ ਡਰਾਇਆ ਸਿੱਖ ਕੌਮ ਤੋਂ, ਜਾਂ ਉਹਨਾਂ ਨੇ ਕਿਹਾ ਵੀ ਤੁਸੀਂ ਸਿੱਖਾਂ ਤੋਂ ਡਰ ਜਾਓ, ਪਰ ਉਹਨਾਂ ਨੇ ਇਹ ਆਗਾਹ ਜ਼ਰੂਰ ਕੀਤਾ ਵੀ ਤੁਸੀਂ ਜਿਹੜੀਆਂ ਉਹਨਾਂ ਦੀਆਂ ਜਾਇਜ਼ ਗੱਲਾਂ ਆ, ਜਾਇਜ਼ ਮੰਗਾਂ ਆ, ਜਿਹਦੇ ਵਿੱਚ ਉਹਨਾਂ ਨੇ ਖਾਸ ਕਰਕੇ MSP ਦਾ ਜ਼ਿਕਰ ਕੀਤਾ ਵੀ ਜੇ ਤੁਸੀਂ MSP ਨੂੰ ਕਾਨੂੰਨੀ ਦਰਜਾ ਦੇ ਦਿਓ ਤੇ ਕਿਸਾਨ, ਮੈਨੂੰ ਲੱਗਦਾ ਵੀ ਸ਼ਾਂਤ ਹੋ ਜਾਣਗੇ, ਕਾਫੀ ਹੱਦ ਤੱਕ ਮੰਨ ਜਾਣਗੇ। ਇਹ ਵੀ ਉਹਨਾਂ ਦਾ ਤਰਕ ਵਧੀਆ ਆ। ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਤੁਸੀਂ ਕਿਸਾਨ ਜਿਹੜੇ ਆ ਦਿੱਲੀ ਦੇ ਬਰੂਹਾਂ ਤੇ ਲਿਆ ਕੇ ਬਿਠਾਲ ਦਿੱਤੇ ਆ, ਵੀ ਹੁਣ ਇਹਨਾਂ ਨੂੰ ਤੁਸੀਂ ਖਾਲੀ ਹੱਥ ਨਾ ਮੋੜਿਓ, ਇਹਨਾਂ ਨੂੰ ਨਾਰਾਜ਼ ਨਾ ਕਰਿਓ। ਇਹਨਾਂ ਸਾਰੀਆਂ ਗੱਲਾਂ ਤੋਂ ਇੰਜ ਲੱਗਦਾ ਵੀ ਹੌਲੀ ਹੌਲੀ ਜਿਹੜੇ ਇਹਨਾਂ ਦੇ ਉੱਚ ਅਹੁਦੇ ਵਾਲੇ ਬੰਦੇ ਆ, BJP ਦੇ ਵੀ, ਕਿਉਂਕਿ ਰਾਜਪਾਲ BJP ਦਾ, BJP ਦੇ ਉੱਚ ਅਹੁਦਿਆਂ ਵਾਲੇ ਬੰਦੇ ਵੀ ਆ, ਉਹ ਵੀ ਕਿਤੇ ਨਾ ਕਿਤੇ ਮਹਿਸੂਸ ਜ਼ਰੂਰ ਕਰਦੇ ਆ ਵੀ ਕੇਂਦਰ ਨੇ ਕਿਸਾਨਾਂ ਦੇ ਨਾਲ ਇਹੋ ਜਿਹਾ ਜਿਹੜਾ ਆ ਪੰਗਾ ਜਿਹੜਾ ਉਹ ਗਲਤ ਲੈ ਲਿਆ, ਵੀ ਇਹ ਚਾਹੀਦਾ ਨਹੀਂ ਸੀਗਾ। ਗੱਲ ਆਪਾਂ ਵੀ ਕਈ ਵਾਰ ਕਹਿੰਦੇ ਆਏ ਆ ਵੀ ਚੰਗਾ ਭਲਾ ਚੱਲਦਾ ਸਿਸਟਮ ਜਿਹੜਾ ਆ ਉਹਨੂੰ ਤੋੜ ਮਰੋੜ ਕੇ ਉਹਦੇ ਵਿੱਚ ਕੋਈ ਨਵੀਂ ਚੀਜ਼ ਇਹੋ ਜਿਹੀ ਪਾ ਕੇ ਇੱਧਰ ਉੱਧਰ ਕਰ ਦੇਣੀ, ਉਹ ਕਿੱਥੋਂ ਤੱਕ ਜਾਇਜ਼ ਆ? ਇਹ ਚਾਹੀਦਾ ਨਹੀਂ ਸੀਗਾ। ਜੇ ਤੁਹਾਨੂੰ ਲੱਗਦਾ ਵੀ ਸੀਗਾ ਤੁਸੀਂ ਖੇਤੀ ਸੁਧਾਰ ਕਰਨੇ ਆ, ਸੁਧਾਰ ਤੁਸੀਂ ਪਹਿਲਾਂ ਵੀ ਬਹੁਤ ਕੀਤੇ ਆ, ਉਹਨਾਂ ਦੇ ਕੋਈ ਉਂਗਲ ਨਹੀਂ ਉੱਠੀ। ਬਹੁਤ ਕਾਨੂੰਨ ਲਿਆਂਦੇ ਇਹੋ ਜਿਹੇ, ਟ੍ਰਿਪਲ ਤਲਾਕ ਲੈ ਆਂਦਾ, 370 ਹਟਾਤੀ, ਜੇ ਰੌਲਾ ਵੀ ਪਿਆ ਤਕਰੀਬਨ ਉਹਨੂੰ ਦਬਾਤਾ ਗਿਆ, ਬਹੁਤਾ ਉਹਦੇ ਤੇ ਰਿਐਕਸ਼ਨ ਨਹੀਂ ਹੋਇਆ। ਪਰ ਜਦੋਂ ਤੁਸੀਂ ਇੱਕ ਪੂਰੇ ਜਮਾਤ ਨੂੰ ਹੀ ਉਠਾ ਲਿਆ, ਕਿਸਾਨ ਵਰਗ ਕੇਵਲ ਪੰਜਾਬ ਦਾ ਨਹੀਂ, ਕੇਵਲ ਹਰਿਆਣੇ ਦਾ ਨਹੀਂ, ਯੂਪੀ ਦਾ ਨਹੀਂ, ਉਹ ਸਾਰੇ ਦੇਸ਼ ਦੇ ਵਿੱਚ ਕਿਸਾਨ ਵਰਗ ਆ। ਜੇ ਤੁਸੀਂ ਸਾਰੇ ਕਿਸਾਨ ਵਰਗ ਨੂੰ ਹੀ ਇਹੋ ਜਿਹੇ ਆਪਣੇ ਖਿਲਾਫ ਕਰ ਲਿਆ ਤੇ ਇਹਦੇ ਵਿੱਚ ਇਹ ਨਹੀਂ ਸੋਚਿਆ ਵੀ ਜੇ ਆਹ ਚੀਜ਼ ਆਪਾਂ ਕਰ ਲਈ ਇਹਦੇ ਨਾਲ ਪ੍ਰਭਾਵਿਤ ਕੇਵਲ ਤਾਂ ਕੇਵਲ ਕਿਸਾਨ ਨਹੀਂ ਹੋਣਾ, ਇਹਦੇ ਨਾਲ ਹੋਰ ਬਹੁਤ ਵਰਗ ਆ ਜਾਂਦਾ। ਮਜ਼ਦੂਰ, ਆੜਤੀਆ, ਵਪਾਰੀ ਜਦੋਂ ਇੱਥੋਂ ਤੁਰਦਾ ਤਾਂ ਉੱਪਰ ਨੂੰ ਜਾਂਦੇ ਤਾਂ ਉਦਯੋਗ ਵੀ ਪ੍ਰਭਾਵਿਤ ਹੁੰਦਾ ਆ। ਬੰਦ ਹੋ ਗਏ ਨਾ ਸ਼ੈਲਰ, ਰਾਈਸ ਮਿਲਾਂ ਬੰਦ ਹੋ ਗਈਆਂ ਨਾ, ਇਹ ਇਸੇ ਕਾਨੂੰਨਾਂ ਦਾ ਪ੍ਰਭਾਵ ਸੀ। ਜੇ ਲੰਬਾ ਸੋਚ ਕੇ ਕਰਦੇ ਜਾਂ ਇਹਨਾਂ ਦੇ ਕੋਲ ਕੋਈ ਇਹੋ ਜਿਹੇ ਪ੍ਰਸ਼ਾਸਨਿਕ ਸਲਾਹਕਾਰ ਹੁੰਦੇ ਜਿਹੜੇ ਇਹਨਾਂ ਨੂੰ ਦੱਸਦੇ ਪਏ ਇਹਦੇ ਜਿਹੜੇ ਦੂਰਗਾਮੀ ਨਤੀਜੇ ਕੀ ਨਿਕਲਣੇ ਆ, ਤੇ ਹੋ ਸਕਦਾ ਸਰਕਾਰ ਇਹਦੇ ਬਾਰੇ ਪਹਿਲਾਂ ਸੋਚ ਲੈਂਦੀ। ਪਰ ਸਤਪਾਲ ਮਲਿਕ ਦਾ ਇਹ ਨਸੀਹਤ ਹੈ ਕਿਸਮ ਦੀ ਸਰਕਾਰ ਨੂੰ, ਬਈ ਤੁਸੀਂ ਇਹਨਾਂ ਦੀ ਗੱਲ ਮੰਨੋ, ਜਿੰਨਾ ਜਲਦੀ ਹੋ ਸਕੇ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਦਿਓ, ਜੋ ਜਾਇਜ਼ ਮੰਗਾਂ ਆ ਉਹਨਾਂ ਨੂੰ ਮੰਨ ਕੇ ਤੇ ਇਹਨਾਂ ਨੂੰ ਖੁਸ਼ੀ-ਖੁਸ਼ੀ ਘਰਾਂ ਨੂੰ ਭੇਜੋ, ਇਹ ਬਿਹਤਰ ਹੋਊਗਾ। ਜੀ ਅਵਤਾਰ ਜੀ, ਸਤਪਾਲ ਮਲਿਕ ਤਾਂ ਬੋਲ ਪਏ, ਤੁਹਾਨੂੰ ਕੀ ਉਮੀਦ ਲੱਗਦੀ ਹੈ ਕਿ ਪੰਜਾਬ ਦੇ ਰਾਜਪਾਲ ਵੀ ਮੂੰਹ ਖੋਲਣਗੇ? ਦੇਖੋ, ਪੰਜਾਬ ਦੇ ਰਾਜਪਾਲ ਦੇ ਮੂੰਹ ਖੋਲਣ ਜਾਂ ਨਾ ਖੋਲਣ ਦੀ ਗੱਲ ਅਜੇ ਨਹੀਂ ਆਪਾਂ ਕਹਿ ਸਕਦੇ, ਨਾ ਹੀ ਉਹ ਖੋਲ ਸਕਦੇ ਹੀ ਆ, ਕਿਉਂਕਿ ਉਹਨਾਂ ਨੇ ਇਹ ਸਾਡਾ ਪੰਜਾਬ ਵਿਧਾਨ ਸਭਾ ਦੇ ਵਿੱਚ ਖੇਤੀ ਕਾਨੂੰਨ ਰੱਦ ਕਰਨ ਦਾ ਜਿਹੜਾ ਬਿੱਲ ਪਾਸ ਕੀਤੇ ਸੀਗੇ ਉਹੀ ਨਹੀਂ ਅਜੇ ਤੱਕ ਸੈਂਟਰ ਨੂੰ ਭੇਜੇ ਆ। ਉਸ ਤੋਂ ਬਾਅਦ ਦੁਬਾਰਾ ਵਿਧਾਨ ਸਭਾ 'ਚ ਮਤਾ ਪਾਸ ਕਰ ਦਿੱਤਾ ਗਿਆ ਤੇ ਉਹਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਵੀ ਰਾਜਪਾਲ ਦੇ ਖਿਲਾਫ ਹੋਇਆ। ਰਾਜਪਾਲ ਦਾ ਰਾਜ ਭਵਨ ਘਰਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਆ, ਅਕਾਲੀ ਦਲ ਵੱਲੋਂ ਵੀ, ਕਾਂਗਰਸ ਖੁਦ ਗਈ ਆ ਉੱਥੇ ਉਹਨਾਂ ਦਾ ਘਰਾਓ ਕਰਨ ਵੀ ਸਾਡੇ ਜਿਹੜੇ ਬਿੱਲ ਇਹ ਸੈਂਟਰ ਤੇ ਕਿਉਂ ਨਹੀਂ ਭੇਜਦੀ। ਉਹ ਇੱਕ ਪ੍ਰਕਿਰਿਆ ਹੁੰਦੀ ਆ। ਜੇ ਰਾਜਪਾਲ ਅੱਜ ਰਾਸ਼ਟਰਪਤੀ ਨੂੰ ਭੇਜ ਦੇਵੇ ਜਿਹੜੇ ਪੰਜਾਬ ਵਿਧਾਨ ਸਭਾ 'ਚ ਬਿੱਲ ਪਾਸ ਕੀਤੇ ਆ, ਹੋ ਸਕਦਾ ਰਾਸ਼ਟਰਪਤੀ ਉਹਨੂੰ ਵਾਪਸ ਭੇਜ ਦੇਵੇ ਤੇ ਕੱਲ ਜਿਹੜਾ ਕੰਮ ਖਤਮ ਹੋ ਜਾਂਦਾ। ਜੇ ਉਹ ਭੇਜ ਦੇਵੇ ਗ੍ਰਹਿ ਮੰਤਰੀ ਕੋਲ ਵਿਚਾਰ ਕਰਨ ਲਈ ਔਰ ਮੁੜ ਕੇ ਫਿਰ ਉਹਨੂੰ ਵਿਚਾਰ ਲਈ ਰਾਜਪਾਲ ਕੋਲ ਆ ਜਾਵੇ, ਤਾਂ ਫਿਰ ਪੰਜਾਬ ਸਰਕਾਰ ਕੋਲ ਅਦਾਲਤ ਵਿੱਚ ਜਾਣ ਦਾ ਇੱਕ ਵਧੀਆ ਜ਼ਰੀਆ ਬਣ ਜਾਂਦਾ। ਉਹ ਜ਼ਰੀਆ ਹੀ ਨਾ ਖੋਲਣ ਕਰਕੇ ਮੈਨੂੰ ਲੱਗਦਾ ਵੀ ਕੇਂਦਰ ਨੇ ਹਜੇ ਵੀ ਉਹ ਬਿੱਲ ਦਬਾ ਕੇ ਰੱਖੇ ਆ ਕਿ ਜਦੋਂ ਇਹ ਪ੍ਰੋਸੈਸ ਚੱਲ ਪਿਆ ਤੇ ਇਹ ਕਿਤੇ ਅਦਾਲਤੀ ਪ੍ਰਕਿਰਿਆ ਦੇ ਵਿੱਚ ਨਾ ਪਹੁੰਚ ਜਾਵੇ। ਪੰਜਾਬ ਸਰਕਾਰ ਵੀ ਇਹੀ ਵੇਟ ਕਰਦੀ ਆ। ਕਈ ਵਾਰੀ ਸਵਾਲ ਵੀ ਉੱਠੇ ਪੰਜਾਬ ਸਰਕਾਰ ਤੇ ਵੀ ਤੁਸੀਂ ਅਦਾਲਤ 'ਚ ਕਿਉਂ ਨਹੀਂ ਗਏ। ਉਹ ਤਾਂ ਹੀ ਚਾਹੁੰਦੇ ਵੀ ਅਸੀਂ ਸਟੈਪ ਬਾਈ ਸਟੈਪ ਜਾਈਏ, ਬਿੱਲ ਜਾਵੇ ਉੱਥੇ, ਉਹ ਵਾਪਸ ਭੇਜਣ ਜਾਂ ਇਹਨਾਂ ਨੂੰ ਵਿਚਾਰ ਕਰਨ ਲਈ ਗ੍ਰਹਿ ਮੰਤਰੀ ਕੋਲ ਭੇਜਣ, ਉੱਥੋਂ ਕੋਈ ਪ੍ਰਕਿਰਿਆ ਰਾਹ ਖੁੱਲੇ ਅਦਾਲਤ ਵਿੱਚ ਜਾਣ ਦਾ, ਤਾਂ ਵੀ ਅਸੀਂ ਸੌਖਿਆ ਤਰੀਕੇ ਨਾਲ ਅਦਾਲਤ 'ਚ ਜਾ ਸਕੇ, ਸਾਡਾ ਕੇਸ ਜਿਹੜਾ ਉੱਥੇ ਮਜ਼ਬੂਤ ਹੋ ਸਕੇ। ਮਤਲਬ ਪੱਕੇ ਪੈਰੀ ਅੱਗੇ ਵਧਣਾ ਚਾਹੁੰਦੀ ਹੈ। ਇਹ ਤਰੀਕਾ ਆ ਪੱਕੇ ਪੈਰੀ ਹੋਣ ਦਾ ਵੀ। ਜੇ ਸਿੱਧਾ ਜਾਵਾਂਗੇ ਤਾਂ ਫਿਰ ਉਹਨਾਂ ਨੇ ਅਦਾਲਤ ਨੇ, ਜਿਵੇਂ ਸੁਪਰੀਮ ਕੋਰਟ ਵਿੱਚ ਵੀ ਤਾਂ ਅਜੇ ਤੱਕ
ਤੱਕ ਪਈਆਂ ਪਟੀਸ਼ਨਾਂ ਜੀ। ਤੇ ਸੁਪਰੀਮ ਕੋਰਟ ਵਿੱਚ ਤਾਂ ਜਿਹੜੀਆਂ ਹਾਈਵੇ ਅਥਾਰਟੀ ਤੋੜੀਆਂ ਸੀ ਹਰਿਆਣਾ ਸਰਕਾਰ ਨੇ, ਉਹ ਵੀ ਪਟੀਸ਼ਨਾਂ ਪਈਆਂ ਜੀ। ਉਹਨਾਂ ਦੇ ਇੱਕ ਯੂਨੀਵਰਸਿਟੀ ਦੇ ਸਟੂਡੈਂਟਾਂ ਨੇ ਐਡੀ ਵੱਡੀ ਚਿੱਠੀ ਲਿਖੀ ਸੀ ਕਿ ਉਹ ਵੀ ਉੱਥੇ ਪਟੀਸ਼ਨ ਬਣ ਕੇ ਪਈ ਆ, ਹਾਲੇ ਉਹਦੀ ਵੀ ਕੋਈ ਸੁਣਵਾਈ ਦਾ ਗਾਹਾਂ ਕੁਝ ਪਤਾ ਨਹੀਂ ਲੱਗਾ। ਸੋ ਇਹ ਵੀ ਇਦਾਂ ਹੀ ਪਟੀਸ਼ਨ ਪਈ ਰਹਿਣੀ ਸੀ ਜੇ ਇਹਨੂੰ ਪੱਕੇ ਪੈਰੀ ਹਜੇ ਤੱਕ ਹੁਣੇ ਹੀ ਸ਼ੁਰੂ ਕਰ ਦਿੰਦੇ ਕੱਚੇ ਪੈਰੀ ਤਾਂ ਜੀ। ਤੇ ਹੁਣ ਚੱਲਦੇ ਹਾਂ ਬੰਗਾਲ ਵੱਲ ਜੀ। ਬੰਗਾਲ ਦਾ ਚੋਣ ਪਿੜ ਪਹਿਲਾਂ ਨਾਲੋਂ ਹੋਰ ਜ਼ਿਆਦਾ ਮੱਘ ਗਿਆ ਜੀ। ਜ਼ਖਮੀ ਸ਼ੇਰਨੀ ਫਿਰ ਤੋਂ ਗਰਜ ਰਹੀ ਹੈ, ਕੀ ਕਹਿੰਦੀ ਬਲੀਆ? ਇਹਦੇ ਵਿੱਚ ਥੋੜਾ ਜਿਹਾ ਮੈਂ ਵਿਅੰਗਾਤਮਕ ਤਰੀਕੇ ਨਾਲ ਦੱਸੂਗਾ ਜੀ। ਬਈ ਖਾਸ ਕਰ ਪੱਛਮੀ ਬੰਗਾਲ ਦੇ ਵਿੱਚ ਜਾਨਵਰਾਂ ਦੇ ਨਾਂ ਬਹੁਤ ਉੱਠ ਰਹੇ ਆ ਜੀ। ਉਹ ਜਾਨਵਰ ਵੀ ਹੈਰਾਨ ਹੋਣੇ ਆ ਵੀ ਇਹ ਵੋਟਾਂ ਜਿਹੜੀਆਂ ਸਿਆਸੀ ਬੰਦੇ ਲੈਣ ਆਏ ਆ ਵੀ ਸਾਡਾ ਨਾਂ ਆ। ਕੋਈ ਕਹਿੰਦਾ ਮੈਂ ਕੋਬਰਾ ਆ ਜੀ, ਕੋਈ ਕਹਿੰਦਾ ਹੁਣ ਦੇਖੋ ਸ਼ੇਰਨੀ ਆ ਤੇ ਕੋਈ ਕੱਲ ਨੂੰ ਆ ਕੇ ਕਹੂਗਾ ਤੂੰ ਸ਼ੇਰਨੀ ਤੇ ਮੈਂ ਸ਼ੇਰ ਆ ਤੇ ਉਧਰੋਂ ਜੇ ਕੋਬਰੇ ਦੇ ਮੂਹਰੇ ਟੱਕਰ ਪਵੇ ਮੈਂ ਨਿਓਲਾ ਤੇ ਆਪੇ ਵੀ ਜਾਨਵਰਾਂ ਦੀ ਬੱਲੇ ਬੱਲੇ ਆ। ਪਰ ਜਾਨਵਰਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਤੁਹਾਡੀ ਬੱਲੇ ਬੱਲੇ ਸਿਰਫ 2 ਮਈ ਤੱਕ ਆ, ਜਿੱਦਾਂ ਵੋਟਰਾਂ ਦੀ ਹੁੰਦੀ ਆ। ਵੋਟਰਾਂ ਦੀ ਪੁੱਛ ਵੀ 2 ਮਈ ਤੱਕ ਹੀ ਆ, ਇਸ ਕਰਕੇ ਜਾਨਵਰਾਂ ਦੀ ਪੁੱਛ ਵੀ 2 ਮਈ ਤੱਕ ਆ। ਪਰ ਉਹ ਕੱਛਾਂ ਤਾਂ ਜ਼ਰੂਰ ਵਜਾਉਂਦੇ ਹੋਣੇ ਆ ਤੇ ਦੇਖਿਆ ਸਾਡਾ ਨਾਂ ਵੱਜਦਾ ਕਿ ਨਹੀਂ ਹੁਣ ਉੱਥੇ? ਸਾਰੇ ਨਾਂ ਸਾਡਾ ਹੀ ਲੈਣ ਡੇ। ਕੋਈ ਕਹਿੰਦਾ ਮੈਂ ਆਹ ਜਾਨਵਰ ਆ, ਕੋਈ ਕਹਿੰਦਾ ਮੈਂ ਆਹ ਆ ਕੋਬਰਾ ਆ ਫਲਾਨਾ ਆ। ਪਰ ਜਦੋਂ ਇਹ ਬਣ ਜਾਣੇ ਆ MLA ਜੀ, ਜਦੋਂ ਕੁਝ ਹੋਰ ਇਹਨਾਂ ਦੇ ਅਹੁਦੇ ਮਿਲ ਜਾਣੇ ਆ, ਮੰਨ ਲਓ ਸਰਕਾਰ ਜਿੱਤ ਗਈ ਤਾਂ ਫਿਰ ਉਹੀ ਕੋਬਰਾ ਇਹਨਾਂ ਨੂੰ ਦੱਸੂਗਾ। ਪਰ ਉਧਰ ਦੂਜੇ ਪਾਸੇ ਕੋਬਰੇ ਬਾਰੇ ਵੀ ਆਪਾਂ ਜਾਨਵਰਾਂ ਨੂੰ ਦੱਸ ਦਈਏ ਵੀ 2 ਮਈ ਤੋਂ ਬਾਅਦ ਫਿਰ ਉਹ ਕੋਬਰੇ ਲੱਭਦੇ ਫਿਰੂਗੇ ਵੀ ਯਾਰ ਇਹ ਪਹਿਲਾਂ ਬੰਦੇ ਨੂੰ ਮਾਰਨ ਤੋਂ ਪਹਿਲਾਂ ਇਹਨੂੰ ਮਾਰ ਦਈਏ, ਇਹ ਕਿਤੇ ਕੰਮ ਖਰਾਬ ਨਾ ਕਰੇ। ਤਾਂ ਜਿਹੜੇ ਸ਼ੇਰਨੀ ਜਿਹੜੇ ਮੈਦਾਨਾਂ 'ਚ ਘੁੰਮਦੇ ਆ, ਇਹ ਜੰਗਲਾਤ ਮਹਿਕਮੇ ਮੈਨੂੰ ਸੱਦ ਕੇ ਚਿੜੀਆ ਕਰ ਭੇਜ ਦਈਏ, ਇਹ ਨੁਕਸਾਨ ਪਹੁੰਚਾਉਣਗੇ ਲੋਕਾਂ ਨੂੰ। ਸੋ ਇਹ ਤਾਂ ਹੋ ਗਈ ਵਿਅੰਗਾਤਮਕ ਗੱਲ। ਦੇਖੋ ਉੱਥੇ ਹੁਣ ਉਹਦੇ ਤੇ ਹਮਲਾ ਹੋਇਆ ਜਾਂ ਨਹੀਂ ਹੋਇਆ, ਇਸ ਗੱਲ ਦਾ ਚੋਣ ਕਮਿਸ਼ਨ ਨੇ ਤਾਂ ਨਿਤਾਰਾ ਕਰਤਾ। ਉਹਨਾਂ ਨੇ ਆਪਣੇ ਅਬਜ਼ਰਵਰਾਂ ਤੋਂ ਰਿਪੋਰਟ ਲੈ ਲਈ ਵੀ ਨਹੀਂ ਇਹਦੇ ਤੇ ਕੋਈ ਹਮਲਾ ਨਹੀਂ ਹੋਇਆ। ਉਹਨਾਂ ਦੀ ਸੁਰੱਖਿਆ ਖਾਮੀ ਜਿਹੜਾ ਸੁਰੱਖਿਆ ਨਿਰਦੇਸ਼ਕ ਸੀ ਉਹਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾ ਦਿੱਤਾ ਬਈ ਇਹ ਕੰਮ ਤਾਂ ਸੁਰੱਖਿਆ ਅਣਗਹਿਲੀ ਕਰਕੇ ਹੋਇਆ, ਜਿਹਦੇ ਕਰਕੇ ਮਮਤਾ ਨੂੰ ਸੱਟਾਂ ਲੱਗੀਆਂ। ਉਹਨਾਂ ਤਬਾਦਲੇ ਕਰਤੇ, ਕਿਸੇ ਨੂੰ ਸਸਪੈਂਡ ਕਰਤਾ, ਜੋ ਸਾਰਾ ਕੁਝ ਕਰਤਾ। ਚੋਣ ਕਮਿਸ਼ਨ ਦੇ ਹੱਥ ਡੰਡਾ ਜ਼ਰੂਰ ਆ ਪਰ ਡੰਡਾ ਚੱਲਦਾ ਜਿਹੜਾ ਉਹ ਕੇਂਦਰ ਦੇ ਇਸ਼ਾਰੇ ਤੇ ਆ। ਤੇ ਬਾਕੀ ਇਸ਼ਾਰਾ ਸਾਨੂੰ ਇਸ ਵੇਲੇ ਇਸ ਪ੍ਰੋਗਰਾਮ 'ਚ ਬ੍ਰੇਕ ਦਾ ਹੋ ਗਿਆ। ਸੋ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਵਾਪਸ ਪਰਤਦੇ ਹਾਂ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਅਵਤਾਰ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਜਿਸ ਮੁੱਦੇ ਤੇ ਆਪਾਂ ਗੱਲਬਾਤ ਕਰ ਰਹੇ ਸੀ ਜੀ, ਉਹਨੂੰ ਹੀ ਵਿਸਥਾਰ ਦਿਓ। ਗੱਲ ਚੱਲਦੀ ਪਈ ਸੀ ਵੀ ਚੋਣ ਕਮਿਸ਼ਨ ਨੇ ਸੁਰੱਖਿਆ ਅਣਗਹਿਲੀ ਨੂੰ ਇਹਦੇ ਲਈ ਜ਼ਿੰਮੇਵਾਰ ਦੱਸਿਆ ਵੀ ਮਮਤਾ ਦੇ ਸੱਟਾਂ ਤਾਂ ਲੱਗੀਆਂ ਜੀ। ਉਹਨਾਂ ਨੂੰ ਇਹ ਆਇਆ ਵੀ ਮਮਤਾ ਤਾਂ ਸਧਾਰਨ ਗੱਡੀ 'ਚ ਜਾ ਰਹੀ ਸੀ ਜਦ ਕਿ ਚੀਫ ਮਿਨਿਸਟਰ ਸੀ ਉਹ, ਤੇ ਜਿਹੜਾ ਉਹਨਾਂ ਦਾ ਸਿਕਿਉਰਿਟੀ ਡਾਇਰੈਕਟਰ ਸੀਗਾ ਉਹ ਬੁਲਟ ਪ੍ਰੂਫ ਗੱਡੀ 'ਚ ਜਾ ਰਿਹਾ ਸੀਗਾ ਤੇ ਨਾਲ ਉੱਥੇ ਸਥਾਨਕ ਪੁਲਿਸ ਹੈ ਨਹੀਂ ਸੀ ਜੀ। ਹੁਣ ਉਹ ਪੁਲਿਸ ਵੀ ਤਾਂ ਚੋਣ ਕਮਿਸ਼ਨ ਦੇ ਅੰਡਰ ਆ। ਜਿੰਨਾ ਸੁਰੱਖਿਆ ਅਮਲਾ ਜਿਹੜਾ ਆ, ਜਿਹਨੂੰ ਕਿੱਥੇ ਕਿਹਨੂੰ ਪਹੁੰਚਾਉਣਾ, ਕਿੰਨਾ ਸੁਰੱਖਿਆ ਦੇਣੀ ਆ, ਚਾਹੇ Z+ ਆ Y+ ਆ, ਕਿਹੜੀ ਵੀ ਸੁਰੱਖਿਆ ਦੇਣੀ ਆ, ਉਹ ਇਸ ਵੇਲੇ ਜਿੰਨਾ ਚਿਰ ਚੋਣ ਅਮਲ ਮੁਕੰਮਲ ਨਹੀਂ ਹੁੰਦਾ ਉਹ ਚੋਣ ਕਮਿਸ਼ਨ ਦੇ ਹੱਥ ਹੁੰਦਾ। ਸੋ ਉਹਨਾਂ ਨੇ ਹੁਣ ਪੂਰੀ ਦੀ ਪੂਰੀ ਤਰ੍ਹਾਂ ਇਹ ਮਾਮਲਾ ਜਿਹੜਾ ਆ ਉਹ ਹਮਲੇ ਤੋਂ ਨਕਾਰ ਦਿੱਤਾ ਵੀ ਹਮਲਾ ਨਹੀਂ ਕਿਸੇ ਤਰ੍ਹਾਂ ਦਾ ਹੋਇਆ, ਜੋ BJP ਵੀ ਸ਼ੁਰੂ ਤੋਂ ਕਹਿ ਰਹੀ ਸੀਗੀ। ਔਰ ਸ਼ੁਰੂ ਤੋਂ ਇਹਨਾਂ ਨੇ ਕਈਆਂ ਨੇ ਤਾਂ ਕਾਂਗਰਸ ਦੇ ਜੀ ਆਗੂ ਜਿਨ੍ਹਾਂ ਦੇ ਵਿੱਚੋਂ ਨਿਕਲ ਕੇ ਤ੍ਰਿਣਮੂਲ ਆਈ ਆ ਔਰ ਭਾਜਪਾ ਦੇ ਆਗੂਆਂ ਨੇ ਕਹਿਤਾ ਸੀਗਾ ਵੀ ਨਾਟਕ ਆ। ਤੇ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਵੀ ਜੇ ਨਾਟਕ ਆ ਤੇ ਡਾਕਟਰ ਜਿਹਨੇ ਪਲਾਸਟਰ ਲਾਇਆ ਉਹ ਵੀ ਇਸ ਨਾਟਕ 'ਚ ਸ਼ਾਮਲ ਆ, ਤੇ ਜੇ ਇਸ ਐਕਸਰੇ ਮਸ਼ੀਨ ਨੇ ਉਹਦੀ ਹੱਡੀ ਟੁੱਟੀ ਦਿਖਾਲੀ ਆ ਪੈਰ ਦੀ, ਉਹ ਵੀ ਇਸ ਨਾਟਕ ਵਿੱਚ ਸ਼ਾਮਲ ਹੋ ਸਕਦੇ ਆ। ਕਿਹਨੂੰ ਸਸਪੈਂਡ ਕਰੂੰਗੇ? ਖੈਰ ਹੁਣ ਉਸ ਸ਼ੇਰਨੀ ਕਹਿ ਲਈਏ ਦਹਾੜ ਇਦਾਂ ਦੀ ਮਾਰੀ ਆ ਤੇ ਉਹ ਪੂਰੀ ਤਰ੍ਹਾਂ ਫੇਰ ਚਾਹੇ ਵੀਲ ਚੇਅਰ ਤੇ ਹੀ ਆ, ਉਹ ਲੈ ਕੇ ਇੱਕ ਚੇਤਾਵਨੀ ਦੇ ਰੂਪ ਵਿੱਚ ਮੈਦਾਨ 'ਚ ਆ ਗਈ ਆ ਵੀ ਮੇਰਾ ਦਰਦ ਜਿਹੜਾ ਆ ਉਹ ਲੋਕਾਂ ਦੇ ਦਰਦ ਨਾਲੋਂ ਬਹੁਤ ਘੱਟ ਹੈ ਵੀ ਮੈਂ ਲੋਕਾਂ ਦੇ ਵਿੱਚ ਜਾਣਾ ਹੀ ਜਾਣਾ। ਨਹੀਂ ਤਾਂ ਜੋ ਹਾਲਾਤ ਬਣਦੇ ਜਾ ਰਹੇ ਆ, ਜਿਵੇਂ ਯਸ਼ਵੰਤ ਸਿਨਹਾ ਨੇ ਕਿਹਾ ਪਿਆ, ਇਸ ਵੇਲੇ ਜਿਹੜਾ ਦੇਸ਼ ਵਿੱਚ ਲੋਕਤੰਤਰ ਆ ਉਹ ਪੂਰੀ ਤਰ੍ਹਾਂ ਖਤਰੇ ਵਿੱਚ ਆ। ਕਿਸੇ ਨੂੰ ਕਿਸੇ ਤਰ੍ਹਾਂ ਦੀ ਆਜ਼ਾਦੀ ਹੈ ਨਹੀਂ, ਜੇ ਹੈਗੀ ਵੀ ਹੈ ਤਾਂ ਖੋਈ ਜਾ ਰਹੀ ਆ। ਯਸ਼ਵੰਤ ਸਿਨਹਾ ਵੀ ਜਿੱਦਣ ਸ਼ਾਮਲ ਹੋਏ ਸੀ ਉਹਨਾਂ ਨੇ ਵੀ ਇਹ ਤਰਕ ਦਿੱਤਾ ਸੀਗਾ ਤੇ ਹੁਣ ਉਹਨਾਂ ਨੇ ਵੀ ਇਹ ਕਿਹਾ ਵੀ ਜਿਹੜਾ ਲੋਕਤੰਤਰ ਬਚਾਉਣਾ ਆ ਇਹਦੀ ਸ਼ੁਰੂਆਤ ਜੇ ਪੱਛਮੀ ਬੰਗਾਲ ਤੋਂ ਹੋ ਗਈ ਤੇ ਆਪਾਂ ਇਹਦਾ ਸੁਨੇਹਾ ਸਾਰੇ ਦੇਸ਼ 'ਚ ਦੇ ਸਕਾਂਗੇ। ਯਸ਼ਵੰਤ ਸਿਨਹਾ ਵੀ ਇਹ ਕਹਿ ਰਹੇ ਸੀ ਵੀ ਜੇ ਆਪਾਂ ਪੱਛਮੀ ਬੰਗਾਲ ਦੇ ਵਿੱਚ ਲੋਕਤੰਤਰ ਨੂੰ ਬਚਾਉਣ ਵਿੱਚ ਸਫਲ ਰਹੇ, ਭਾਵ ਕਿ BJP ਨੂੰ ਹਰਾਉਣ ਵਿੱਚ ਸਫਲ ਰਹੇ, ਤੇ ਆਪਾਂ ਇਹਦਾ ਸੁਨੇਹਾ ਜਿਹੜਾ ਪੂਰੇ ਦੇਸ਼ ਵਿੱਚ ਦੇ ਸਕਾਂਗੇ। ਪਰ ਉਹਨਾਂ ਨੇ ਯਸ਼ਵੰਤ ਸਿਨਹਾ ਨੂੰ ਸ਼ਾਮਲ ਹੋਣ ਲੱਗਿਆਂ ਜਿਹੜੀ ਮਮਤਾ ਦੀ ਇੱਕ ਬਹੁਤ ਵੱਡੀ ਗੱਲ ਕਹੀ ਸੀਗੀ ਉਹ ਵੀ ਇੱਕ ਕਾਬਲੇ ਤਾਰੀਫ ਹੈ। ਕਿਸੇ ਨੂੰ ਮੇਰੇ ਖਿਆਲ ਪਤਾ ਨਹੀਂ ਹੋਣਾ ਜਿਹੜਾ ਉਹਨਾਂ ਨੇ ਅੱਜ ਦੇ ਦੌਰ ਵਿੱਚ ਨਵੀਂ ਪੀੜ੍ਹੀ ਨੂੰ ਦੱਸ ਦਿੱਤੀ ਆ ਕਿ 1992 ਦੇ ਵਿੱਚ ਜਦੋਂ
ਕੰਧਾਰ ਜਹਾਜ਼ ਹਵਾਈ ਅਗਵਾ ਕਾਂਡ ਹੋਇਆ ਸੀ ਹਵਾਈ ਜਹਾਜ਼ ਦਾ। ਉਸ ਵੇਲੇ ਜਦੋਂ ਬੰਧਕ ਬਣਾਏ ਗਏ ਸੀ ਇੰਡੀਅਨ 에ਅਰਲਾਈਨ ਜਹਾਜ਼ ਦੇ, ਅੱਤਵਾਦੀਆਂ ਨੇ ਉੱਥੇ ਲੈ ਗਏ ਸੀ ਕੰਧਾਰ ਅਗਵਾ ਕਰਕੇ। ਤੇ ਜਦੋਂ ਕੈਬਨਿਟ ਦੇ ਵਿੱਚ ਚਰਚਾ ਹੋਣ ਡਈ ਸੀ, ਅਟਲ ਬਿਹਾਰੀ ਵਾਜਪੇਈ ਸਾਹਿਬ ਦੀ ਸਰਕਾਰ ਸੀਗੀ ਜਿਹਦੇ ਵਿੱਚ ਮਮਤਾ ਵੀ ਕੈਬਨਿਟ ਮੰਤਰੀ ਸੀਗੀ, ਤੇ ਕੈਬਨਿਟ ਵਿੱਚ ਚਰਚਾ ਹੋਈ ਸੀ ਵੀ ਇਸ ਮਸਲੇ ਨੂੰ ਕਿਵੇਂ ਨਜਿੱਠਿਆ ਜਾਵੇ ਤੇ ਇਹਦਾ ਐਂਡ ਕਿਵੇਂ ਸੁਖਾਵਾਂ ਹੋਵੇ। ਉਦੋਂ ਫਿਰ ਯਸ਼ਵੰਤ ਸਿਨਹਾ ਨੇ ਹੁਣ ਗੱਲ ਦੱਸੀ ਵੀ ਉਦੋਂ ਮਮਤਾ ਬੈਨਰਜੀ ਨੇ ਆਪਣੇ ਆਪ ਨੂੰ ਪੇਸ਼ ਕੀਤਾ ਸੀਗਾ ਵੀ ਮੈਨੂੰ ਬੰਧਕ ਬਣਾ ਕੇ ਉਹਨਾਂ ਅੱਤਵਾਦੀਆਂ ਕੋਲ ਭੇਜ ਦਿਓ, ਬਾਕੀ ਜੋ ਮੇਰੇ ਨਾਲ ਹੋਊਗਾ ਦੇਖੀ ਜਾਊ। ਮਤਲਬ ਕਹਿਣ ਦਾ ਵੀ ਉਹ ਉਸ ਵੇਲੇ ਉਹਨਾਂ ਭਾਰਤੀ ਬੰਦਕਾਂ ਨੂੰ ਛੁਡਾਉਣ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਗਈ ਸੀ। ਇਹ ਵੀ ਇੱਕ ਵੱਡੀ ਗੱਲ ਆ ਜਿਹੜੀ ਕਿ ਅੱਜ ਤੱਕ ਸ਼ਾਇਦ ਕਿਸੇ ਨੂੰ ਪਤਾ ਨਹੀਂ ਸੀ, ਪਰ ਯਸ਼ਵੰਤ ਸਿਨਹਾ ਕਿਉਂਕਿ ਉਸ ਵੇਲੇ ਵਾਜਪੇਈ ਸਰਕਾਰ ਦੇ ਵਿੱਚ ਮੰਤਰੀ ਸੀਗੇ ਤੇ ਉਹਨਾਂ ਨੇ ਇਹ ਨਵਾਂ ਖੁਲਾਸਾ ਕੀਤਾ ਆ ਜਿਹੜਾ ਅੱਜ ਸਾਰਿਆਂ ਸਾਹਮਣੇ ਆਇਆ ਆ। ਸੋ ਇਸ ਤਰੀਕੇ ਦੀ ਜਿਹੜੀ ਔਰਤ ਆ ਇਹਨੂੰ ਕੱਲੀ ਨੂੰ ਹਰਾਉਣ ਲਈ ਪੂਰਾ ਹੀ ਦੇਸ਼ ਦਾ ਜਿਹੜਾ ਅਮਲਾ ਫੈਲਾ ਬੀਜੇਪੀ ਦਾ ਲੱਗਾ ਹੋਇਆ ਹੈ। ਔਰ ਉਹਦੇ ਵਿੱਚ ਦੇਖੋ ਗੁਣ ਕਿੰਨੇ ਆ। 10 ਸਾਲ ਉਹ ਮੁੱਖ ਮੰਤਰੀ ਰਹੀ, ਉਸ ਤੋਂ ਪਹਿਲਾਂ ਕੇਂਦਰ ਦੇ ਵਿੱਚ ਰੇਲ ਮੰਤਰੀ ਵੀ ਰਹੀ, ਕੇਂਦਰ ਵਿੱਚ ਹੋਰ ਮੰਤਰੀਆਂ ਦੇ ਅਹੁਦੇ ਵਿੱਚ ਵੀ ਰਹੇ। ਪਰ ਹੁਣ ਜਦੋਂ ਉਹਨਾਂ ਨੇ ਕਾਗਜ਼ ਭਰੇ ਤੇ ਕਾਗਜ਼ ਦੇ ਵਿੱਚ ਉਹਨਾਂ ਦੀ ਜਿਹੜੀ ਸੰਪਤੀ ਦਾ ਖੁਲਾਸਾ ਕਿੰਨਾ ਹੋਇਆ, ਉਹ ਸਾਰੇ ਕੁੱਲ ਮਿਲਾ ਕੇ 20 ਲੱਖ ਤੋਂ ਵੀ ਘੱਟ ਆ। ਮੈਨੂੰ ਦੱਸ ਦਿਓ ਅੱਜ ਕੋਈ ਸਰਪੰਚ ਵੀ ਚੋਣ ਲੜਦਾ ਹੋਵੇ, ਨਗਰ ਕੌਂਸਲ, ਨਗਰ ਪੰਚਾਇਤ, ਨਗਰ ਨਿਗਮ ਦੀ ਵੀ ਚੋਣ ਲੜਦਾ ਹੋਵੇ, ਉਹਦੀ ਸੰਪਤੀ ਦਾ ਜੇ ਬਿਊਰਾ ਦੇਖਿਆ ਜਾਵੇ ਤੇ ਇਹਨਾਂ ਨਾਲੋਂ ਕਿਤੇ ਵੱਧ ਹੋਊਗਾ। ਇਸ ਗੱਲੋਂ ਵੀ ਉਹਨਾਂ ਨੂੰ ਇਹਦੀ ਦਾਤ ਦੇਣੀ ਬਣਦੀ ਆ ਕਿ ਇੱਕ ਔਰਤ ਜਿਹੜੀ ਆ ਇੰਨੀ ਸਧਾਰਨ ਕਿਵੇਂ ਰਹਿ ਸਕਦੀ ਆ। ਆਪਾਂ ਉਹਨਾਂ ਨੂੰ ਜੇ ਰੋਡ ਸ਼ੋਅ ਕਰਦੇ ਦੇਖਿਆ ਕਈ ਵਾਰੀ ਸਿਆਲਾਂ ਤੋਂ ਬਿਨਾਂ ਗਰਮੀਆਂ 'ਚ ਤੇ ਇੱਕ ਚੱਪਲਾਂ ਪਾਈਆਂ ਹੁੰਦੀਆਂ, ਤੇ ਹੁਣ ਤਾਂ ਮੈਂ ਉਹਨਾਂ ਨੂੰ ਫੇਰ ਸਕਾਰਪੀਓ ਗੱਡੀ 'ਚ ਦੇਖ ਲਿਆ, ਨਹੀਂ ਮੈਂ ਆਮ ਉਹਨਾਂ ਨੂੰ ਮਰੂਤੀ 800 'ਚ ਬੈਠਿਆ ਉਹਨਾਂ ਨੂੰ ਕਈ ਵਾਰੀ ਦੇਖਿਆ। ਸੋ ਇਹੋ ਜਿਹੀ ਸਧਾਰਨ ਔਰਤ ਨੂੰ ਜੇ ਆਪਾਂ ਕਹੀਏ ਵੀ ਉਹ ਡਰਾਮੇ ਕਰਦੀ ਸੀ, ਨਾਟਕ ਕਰਦੀ ਸੀ, ਆਪਣਾ ਪੈਰ ਵੀ ਤੜਾ ਲਿਆ ਨਾਟਕ ਕਰਕੇ, ਹੁਣ ਉਹਨੂੰ ਪਤਾ ਨਹੀਂ ਵੀ ਮੋਰੇ ਚੋਣ ਪ੍ਰਚਾਰ ਹੈ ਜਿੱਥੇ ਮੈਂ ਸੱਤਾ ਮੁੜ ਕੇ ਆਪਣੀ ਬਚਾਉਣੀ ਆ, ਤਾਂ ਵੀ ਉਹ ਨਾਟਕ ਕਰਕੇ ਜ਼ਖਮੀ ਕਿਉਂ ਹੁੰਦੀ। ਇਹ ਸਿਆਸੀ ਗੱਲਾਂ ਆ, ਸਿਆਸੀ ਗੱਲਾਂ ਨੂੰ ਸਿਆਸਤ ਤੱਕ ਹੀ ਸੀਮਤ ਰੱਖਣਾ ਚਾਹੀਦਾ, ਨਾ ਕਿ ਨਿੱਜੀ ਹਮਲੇ ਚਾਹੀਦੇ ਆ। ਮੁੱਦਿਆਂ ਦੀ ਸਿਆਸਤ ਕਰੋ, ਮੁੱਦਿਆਂ ਨਾਲ ਲੜਾਈ ਕਰੋ, ਤੁਹਾਡੇ ਹੱਥ ਵਸ ਹੈਗਾ। ਲੋਕ ਤੁਹਾਡੇ ਕੰਮਾਂ ਨੂੰ ਦੇਖ ਕੇ ਪਛਾਣਨ, ਲੋਕ ਤੁਹਾਡੇ ਕੰਮਾਂ ਦੇ ਕਰਕੇ ਵੋਟਾਂ ਦੇਣ। ਇਹ ਨਹੀਂ ਵੀ ਤੁਸੀਂ ਕਿਹਨੂੰ ਠਿੱਬੀ ਕਿੰਨੀ ਕੁ ਲਾ ਸਕਦੇ ਆ, ਇਹ ਆਪਾਂ ਵੱਧ ਚੜ ਕੇ ਨਹੀਂ ਜਾਣਾ। ਸਿਆਸਤ ਦੀ ਤਰ੍ਹਾਂ ਸਿਆਸਤ ਕਰਨੀ ਚਾਹੀਦੀ ਜੀ। ਅਵਤਾਰ ਜੀ, ਇਲਜ਼ਾਮ ਤਰਾਸ਼ੀ ਉਹੀ ਕਰਦਾ ਜਿਹਦੇ ਮਨ ਦੇ ਵਿੱਚ ਚੋਰ ਹੋਏ। ਬਿਲਕੁਲ ਜੀ, ਜਿਹੜਾ ਆਪ ਗਲਤ ਕੰਮ ਕਰਦਾ ਤੇ ਉਹਨੂੰ ਲੱਗਦਾ ਕਿ ਦੂਜੇ ਨੇ ਵੀ ਇੰਝ ਜ਼ੋਰ ਲਾਉਣਾ ਹੀ ਨਹੀਂ ਪੈਂਦਾ ਜੀ। ਜਿਹੜਾ ਬੰਦਾ ਸਹੀ ਆ ਉਹ ਦੇਖਿਓ ਕਈ ਵਾਰੀ ਸਰਪੰਚ ਵੀ ਇਹੋ ਜਿਹਾ ਹੁੰਦਾ ਜਿਹਨੂੰ ਕੋਈ ਜਾਣਦਾ ਵੀ ਨਹੀਂ ਹੁੰਦਾ, ਪਰ ਉਹਨੇ ਸਮਾਜਿਕ ਤੌਰ ਤੇ ਕੰਮ ਹੀ ਇਹੋ ਜਿਹੇ ਕਰ ਲਏ ਹੁੰਦੇ ਆ ਵੀ ਉਹ ਘਰ ਬੈਠਾ ਹੀ ਵੋਟਾਂ ਦਾ ਹੱਕਦਾਰ ਬਣ ਜਾਂਦਾ, ਉਹਨੂੰ ਪਤਾ ਵੀ ਨਹੀਂ ਲੱਗਦਾ ਵੀ ਮੈਂ ਜਿੱਤ ਗਿਆ। ਇਹ ਕੰਮ ਸਿਆਸਤ ਤੇ ਵੱਡੇ ਪੱਧਰ ਤੇ ਵੀ ਹੋਣੇ ਚਾਹੀਦੇ, ਚਾਹੇ MLA ਆ ਚਾਹੇ MP ਆ, ਉਹਦੇ ਕੰਮ ਬੋਲਣ। ਜੇ ਉਹਨੇ 5 ਸਾਲ ਕੰਮ ਵਧੀਆ ਕੀਤਾ ਨਾ ਤਾਂ ਉਹ ਘਰ ਬੈਠਾ ਰਹੇ, ਪ੍ਰਚਾਰ ਤੇ ਵੀ ਨਾ ਜਾਵੇ, ਲੋਕੀ ਉਹਦਾ ਕੰਮ ਨੂੰ ਦੇਖਣਗੇ, ਉਹਦੇ ਕੰਮ ਦੀ ਪ੍ਰਸ਼ੰਸਾ ਕਰਨਗੇ, ਉਹਦੇ ਕੰਮ ਨੂੰ ਮੋਹਰ ਲਾਉਣਗੇ, ਫਿਰ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ। ਤੇ ਇਸ ਵੇਲੇ ਸੁਖਬੀਰ ਬਾਦਲ ਵੀ ਕੁਝ ਕਹਿ ਰਹੇ ਨੇ, ਭਲਾ ਕੀ ਐਲਾਨ ਕੀਤਾ ਉਹਨਾਂ ਨੇ ਕੱਲ? ਦੇਖੋ ਇਸ ਵੇਲੇ ਪੰਜਾਬ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਦਾ ਹੌਲੀ ਹੌਲੀ ਜਿਹੜਾ ਮਾਹੌਲ ਗਰਮ ਹੁੰਦਾ ਜਾ ਰਿਹਾ। ਇਹਦੇ ਵਿੱਚ ਅਤਕਥਨੀ ਵੀ ਹੈ ਨਹੀਂ ਵੀ ਕਈ ਤਰ੍ਹਾਂ ਤੋਂ ਕਨਸੋਆਂ ਇਹ ਵੀ ਆ ਰਹੀਆਂ, ਹੋ ਸਕਦਾ ਸਮੇਂ ਤੋਂ ਪਹਿਲਾਂ ਹੀ ਚੋਣਾਂ ਹੋ ਜਾਣ, ਪਰ ਇਹਦੀ ਸੱਚਾਈ ਹਜੇ ਪਤਾ ਨਹੀਂ ਕੀ ਆ, ਵਿੱਚ ਭਵਿੱਖ ਦੇ ਗਰਭ ਦੇ ਵਿੱਚ ਹੀ ਆ। ਵੈਸੇ ਜਿਹੜੀ ਡਿਊ ਆ ਉਹ ਤਾਂ ਫਰਵਰੀ 2022 ਦੇ ਵਿੱਚ ਹੀ ਚੋਣਾਂ ਆ, ਪਰ ਅਕਾਲੀ ਦਲ ਜਿਹੜਾ ਆ ਉਹ ਇੱਕ ਕਦਮ ਅੱਗੇ ਚੱਲਦਾ ਹੁੰਦਾ, ਕਿਉਂਕਿ ਹੁਣ ਉਹਨਾਂ ਨੂੰ ਪਤਾ ਵੀ ਇਸ ਵੇਲੇ ਜਿਹੜਾ ਮਾਹੌਲ ਆ ਉਹਨੂੰ ਪੂਰੀ ਤਰ੍ਹਾਂ ਕਿਸਾਨ ਅੰਦੋਲਨ 'ਚ ਰੰਗਿਆ ਗਿਆ ਆ। ਕਿਤੇ ਨਾ ਕਿਤੇ ਜਿਹੜੇ ਮੌਜੂਦਾ ਕਾਂਗਰਸ ਸਰਕਾਰ ਆ ਉਹਦੇ ਪ੍ਰਤੀ ਵੀ ਲੋਕਾਂ 'ਚ ਇਸ ਕਰਕੇ ਗੁੱਸਾ ਆ ਵੀ ਉਹਨੇ ਜੋ ਵਾਅਦੇ 17 'ਚ ਕੀਤੇ ਸੀਗੇ ਉਹ ਪੂਰੇ ਨਹੀਂ ਹੋਏ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਹਨਾਂ ਨੇ ਲਿਆ ਕੇ ਪੀ ਕੇ ਬਿਠਾਤਾ, ਜਿਹਨੇ 17 ਦੇ ਵਿੱਚ ਇਹਨਾਂ ਤੋਂ ਵਾਅਦੇ ਕਰਾਏ ਸੀ ਤੇ ਉਹੋ ਜਿਹੇ ਵਾਅਦੇ ਫਿਰ ਕਰਨੇ ਆ। ਇਹ ਵੀ ਜਿਹੜੇ ਵੋਟਰਾਂ ਦੇ ਵਿੱਚ, ਲੋਕਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਘਰ ਕਰ ਗਈ ਆ। ਅਕਾਲੀ ਦਲ ਨੇ ਇਸੇ ਗੱਲ ਨੂੰ ਲੈ ਕੇ ਰੈਲੀਆਂ ਦਾ ਆਗਾਜ਼ ਕੀਤਾ ਪੰਜਾਬ ਸਰਕਾਰ ਦੇ ਖਿਲਾਫ, ਪੰਜਾਬ ਮੰਗਦਾ ਜਵਾਬ, ਜਿਹਦੀ ਪਹਿਲੀ ਰੈਲੀ ਉਹਨਾਂ ਨੇ ਜਲਾਲਾਬਾਦ ਕੀਤੀ ਸੀ ਔਰ ਉੱਥੋਂ ਹੀ ਉਹਨਾਂ ਨੇ ਆਪਣੇ ਚੋਣ ਲੜਨ ਦਾ ਐਲਾਨ ਕਰ ਦਿੱਤਾ। ਜਲਾਲਾਬਾਦ ਤੋਂ ਹੀ ਉਹ MP ਆ ਇਸ ਵੇਲੇ, ਉੱਥੇ ਫਿਰੋਜ਼ਪੁਰ ਤੋਂ, ਤੇ ਉਹ MP ਆ, ਉਹ ਜਲਾਲਾਬਾਦ ਉਹਨਾਂ ਦਾ ਪਹਿਲਾਂ ਵੀ ਹਲਕਾ ਰਿਹਾ ਆ। ਪਰ ਪਿੱਛੇ ਜੇ ਇਹਨਾਂ ਦੀਆਂ ਸਰਗਰਮੀਆਂ ਜਿਹੜੀਆਂ ਉਹ ਲੰਬੀ ਹਲਕੀ 'ਚ ਵੱਧ ਗਈਆਂ ਸੀਗੀਆਂ, ਗਿੱਦੜਬਾਹਾ ਹਲਕੇ 'ਚ ਵੱਧ ਗਈਆਂ ਸੀਗੀਆਂ, ਉਦੋਂ ਲੱਗਣ ਲੱਗ ਪਿਆ ਸੀਗਾ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸੁਖਬੀਰ ਹੋਣੀ ਕੋਈ ਸੌਖੀ ਸੀਟ ਲੱਭਣ। ਲੰਬੀ ਸੀਟ ਔਰ ਗਿੱਦੜਬਾਹਾ ਸੀਟ ਜਿਹੜੀ ਆ ਇਹਨਾਂ ਦੇ ਬਾਪੂ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਸੁਰੱਖਿਅਤ ਸੀਟ ਮੰਨੀ ਜਾਂਦੀ ਆ। 4-5 ਵਾਰੀ ਉਹ ਗਿੱਦੜਬਾਹਾ ਤੋਂ MLA ਰਹਿ ਚੁੱਕੇ ਆ, 4-5 ਵਾਰੀ ਉਹ ਲੰਬੀ ਤੋਂ ਰਹਿ ਚੁੱਕੇ ਆ, ਇੱਕ ਵਾਰੀ ਮਲੋਟ ਤੋਂ ਵੀ ਰਹੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣੀ। ਸੋ ਲੰਬੀ ਹਲਕਾ ਇਹਨਾਂ ਨੂੰ ਸੁਰੱਖਿਅਤ ਲੱਗਦਾ ਸੀਗਾ,
ਬਾਪੂ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਭਾਈ ਗਿੱਦੜਬਾਹਾ ਸੰਭਾਲੋ। ਗਿੱਦੜਬਾਹਾ ਮੋਰੇ ਹੈਗਾ ਰਾਜਾ ਵੜਿੰਗ। ਰਾਜਾ ਵੜਿੰਗ ਨਾਲ ਵੈਸੇ ਇਹਨਾਂ ਦੇ ਸਿੰਘ ਫਸਦੇ ਰਹਿੰਦੇ ਆ, ਉਹ ਕੋਈ ਨਾ ਕੋਈ ਕੰਮ ਨੂੰ ਲੈ ਕੇ। ਆਪਾਂ ਜੇ MP ਚੋਣਾਂ ਦੀ ਗੱਲ ਕਰੀਏ ਤੇ ਹਰਸਿਮਰਤ ਵੀ ਰਾਜਾ ਵੜਿੰਗ ਤੋਂ ਮਸਾਂ ਜਿੱਤੀ ਸੀ, ਥੋੜੀਆਂ ਵੋਟਾਂ ਤੋਂ। ਤੇ ਇੱਕ ਸਮਾਂ ਸੀਗਾ ਜਦੋਂ ਗਿੱਦੜਬਾਹਾ ਇਹਨਾਂ ਨੇ ਆਪਣੇ ਮਨਪ੍ਰੀਤ ਬਾਦਲ ਨੂੰ ਦੇ ਦਿੱਤਾ ਸੀਗਾ, ਜਦੋਂ ਅਕਾਲੀ ਦਲ 'ਚ ਸੀਗੇ। ਤਾਂ ਇਹਨਾਂ ਨੇ ਬਾਦਲ ਸਾਹਿਬ ਨੇ ਆਪਣੇ ਭਤੀਜੇ ਦੀ ਸੀਟ ਰਾਖਵੀਂ ਰੱਖਦੇ, ਉਹ ਤੋਂ ਵਾਪਸ ਨਹੀਂ ਸੀ ਲਈ ਵੀ ਤੂੰ ਇਹ ਸਾਂਭ ਤੇ ਮੈਂ ਲੰਬੀ ਤੋਂ ਹੀ ਜਿੱਤੀ ਜਾਣਾ। ਹੁਣ ਜਦੋਂ ਮਨਪ੍ਰੀਤ ਬਾਦਲ ਕਾਂਗਰਸ ਦੇ ਵਿੱਚ ਆ ਤੇ ਇਹਨਾਂ ਨੂੰ ਹੁਣ 2 ਸੀਟਾਂ ਦੇ ਵਿੱਚ ਲੱਗਦਾ ਸੀ ਵੀ ਬਾਦਲ ਸਾਹਿਬ ਗਿੱਦੜਬਾਹਾ ਚੱਲ ਜਾਣ, ਮੈਂ ਸੌਖੀ ਸੀਟ ਲੰਬੀ ਲੜਾਂਗਾ ਤੇ ਸੌਖਾ ਜਿੱਤ ਜਾਊਂਗਾ। ਉਹਦਾ ਰੌਲਾ ਪੈਣ ਨਾਲ ਲੋਕਾਂ 'ਚ ਇਹ ਚੱਲ ਗਿਆ ਬਈ ਨਗਰ ਕੌਂਸਲ ਚੋਣਾਂ ਦੇ ਵਿੱਚ ਜਲਾਲਾਬਾਦ 'ਚ ਕਾਂਗਰਸ ਦੇ ਰਮਿੰਦਰ ਆਮਲਾ ਨੇ ਅਕਾਲੀ ਦਲ ਦੇ ਪੈਰ ਨਹੀਂ ਲੱਗਣ ਦਿੱਤੇ। 17 ਸੀਟਾਂ ਸੀਗੀਆਂ, 17 ਚੋਂ 11 ਉਹ ਲੈ ਗਏ, ਇੱਕ ਆਮ ਆਦਮੀ ਪਾਰਟੀ ਨੂੰ ਮਿਲ ਗਈ ਤੇ ਅਕਾਲੀ ਦਲ ਦੇ ਪੱਲੇ ਸਿਰਫ 5 ਸੀਟਾਂ ਆਈਆਂ ਸੀ, ਜਿਹੜਾ ਕਿ ਉਹ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਸੀਗਾ। ਉਹਦੇ ਤੋਂ ਪੈਰ ਥਿਰਕਣ ਕਰਕੇ ਹੀ ਲੋਕਾਂ ਨੂੰ ਇਹ ਡਰ ਲੱਗਣ ਲੱਗ ਪਿਆ ਸੀਗਾ ਵੀ ਸੁਖਬੀਰ ਹੁਣੀ ਉਹ ਹਲਕਾ ਛੱਡਣ ਲੱਗੇ ਆ। ਹੁਣ ਜਦੋਂ ਇਹ ਗੱਲ ਮੈਸੇਜ ਸੁਖਬੀਰ ਹੁਣਾਂ ਕੋਲ ਪਹੁੰਚੀ ਵੀ ਇਹ ਤਾਂ ਭਾਈ ਰਮਿੰਦਰ ਆਵਲੇ ਤੋਂ ਡਰ ਗਿਆ, ਜਲਾਲਾਬਾਦ ਹਲਕਾ ਛੱਡ ਕੇ ਭੱਜਣ ਲੱਗਾ, ਫਿਰ ਉਹਨਾਂ ਨੇ ਇਹ ਸੋਚਿਆ ਵੀ ਹੁਣ ਆਪਾਂ ਅਗਾਊਂ ਐਲਾਨ ਪਹਿਲਾਂ ਆਪਣਾ ਹੀ ਕਰ ਦਈਏ, ਆਉਣ ਵਾਲੇ ਸਮੇਂ 'ਚ ਚੇਂਜ ਹੁੰਦਾ ਰਹੂਗਾ, ਵੱਖਰੀ ਗੱਲ ਆ। ਇਹਨਾਂ ਨੇ ਆਪ ਹੀ ਕਰਨਾ, ਪ੍ਰਧਾਨ ਵੀ ਆਪ ਹੀ ਆ, ਸਰਪ੍ਰਸਤ ਵੀ ਆਪ, ਸੀਟਾਂ ਆਪ ਹੀ ਵੰਡਣੀਆਂ, ਵਿਧਾਨ ਸਭਾ ਸੀਟਾਂ ਵੀ ਆਪ ਹੀ ਦੇਣੀਆਂ ਬਾਕੀਆਂ ਨੂੰ, ਜਦੋਂ ਮਰਜ਼ੀ ਚੇਂਜ ਕਰ ਸਕਦੇ। ਪਰ ਹਾਲ ਦੀ ਘੜੀ ਉਹਨਾਂ ਨੇ ਆਪਣਾ ਐਲਾਨ ਕਰ ਦਿੱਤਾ। ਪਰ ਇਸ ਤੋਂ ਪਹਿਲਾਂ ਹੋਰ ਗੱਲ ਸੀਗੀ, ਪ੍ਰੋਫੈਸਰ ਵਿਰਸਾ ਸਿੰਘ ਵਲਟੋਆ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਵੀ ਜੇ ਅਕਾਲੀ ਦਲ ਦੇ ਵਿੱਚ ਵਿਧਾਨ ਸਭਾ ਸੀਟਾਂ ਦਾ ਐਲਾਨ ਹੋਊਗਾ ਤਾਂ ਸਭ ਤੋਂ ਪਹਿਲਾਂ ਮੇਰਾ ਹੋਊਗਾ। ਉਹਦੇ ਲਈ ਰੈਲੀ ਵੀ ਰੱਖੀ ਗਈ ਸੀਗੀ। ਉਹ ਐਲਾਨ ਅਜੇ ਹੋਣਾ ਨਹੀਂ ਸੀ ਤੇ ਸੁਖਬੀਰ ਹੁਣੀ ਆਪਣਾ ਐਲਾਨ ਕਰ ਗਏ, ਉਹਨੂੰ ਠੇਬੀ ਲਾ ਗਏ। ਉੱਥੇ ਵੀ ਰਫੜ ਇਹੋ ਜਿਹਾ ਪਿਆ ਹੋਇਆ ਤੇ ਉੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦਾ ਦਾਮਾਦ ਆ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਉਹ ਪੱਟੀ ਹਲਕੇ ਤੋਂ ਚੋਣ ਲੜਦਾ ਹੁੰਦਾ ਸੀ, ਪਿਛਲੀ ਵਾਰ ਹਾਰ ਗਿਆ। ਹੁਣ ਉਹ ਖੇਮਕਰਨ ਦੇ ਵਿੱਚ ਵੀ ਆਪਣਾ ਇੱਕ ਸੀਟ ਮੰਗ ਰਿਹਾ ਆਪਣੇ ਪਰਿਵਾਰ ਲਈ। ਉਹਨੇ ਉੱਥੇ ਸਰਗਰਮੀਆਂ ਆਰੰਭ ਦਿੱਤੀਆਂ, ਮੀਟਿੰਗਾਂ ਆਰੰਭ ਦਿੱਤੀਆਂ। ਹੁਣ ਇੱਕ ਪਾਸੇ ਦਾਮਾਦ ਆ, ਇੱਕ ਪਾਸੇ ਇੱਕ ਡੈਡੀਕੇਟਿਡ ਵਰਕਰ ਆ ਪ੍ਰੋਫੈਸਰ ਵਿਰਸਾ ਸਿੰਘ ਵਲਟੋਆ। ਹੁਣ ਦੋਨਾਂ ਦੇ ਵਿੱਚ ਬੈਲੈਂਸ ਬਿਠਾਉਣਾ ਇਹ ਸੁਖਬੀਰ ਦੇ ਵੱਸ ਦੀ ਘੱਟ ਤੇ ਪ੍ਰਕਾਸ਼ ਸਿੰਘ ਬਾਦਲ ਦੇ ਵੱਸ ਦੀ ਜ਼ਿਆਦੇ ਆ, ਕਿਉਂਕਿ ਉਹ ਇਹੋ ਜਿਹੇ ਆਗੂ ਆ ਪਏ ਉਹ ਬੰਦੇ ਨੂੰ ਮਨਾਉਣ ਤੱਕ ਹਿਲਦੇ ਨਹੀਂ ਉੱਥੋਂ ਜਿੰਨਾ ਚਿਰ ਉਹ ਮੰਨੇ ਨਾ। ਸੋ ਹੁਣ ਦੋਨੇ ਜਿਹੜੇ ਮੈਦਾਨ 'ਚ ਆ ਗਏ। ਤੀਸਰੇ ਪਾਸਿਓਂ ਭਾਈ ਮਨਜੀਤ ਸਿੰਘ ਹੁਣੇ ਵੀ ਉੱਠ ਖੜੇ ਆ। ਉਹ ਵੈਸੇ ਹਰ ਵੇਲੇ ਹੀ ਮੰਗਣ ਲੱਗ ਪੈਂਦੇ ਹੁੰਦੇ, ਹਰ ਚੋਣਾਂ 'ਚ ਮੈਨੂੰ ਸੀਟ ਚਾਹੀਦੀ ਆ, ਟਿਕਟ ਚਾਹੀਦੀ ਆ, ਪਰ ਮਿਲਦੀ ਹੈ ਨਹੀਂ। ਜਿੰਨੀਆਂ ਵੀ ਵਿਧਾਨ ਸਭਾ ਚੋਣਾਂ ਹੋਈਆਂ, 2 ਵਾਰ ਅਕਾਲੀ ਦਲ ਸਰਕਾਰ ਬਣੀ ਆ, ਉਦੋਂ ਵੀ ਉਹ ਰੌਲਾ ਪਾ ਕੇ ਬਹਿ ਗਏ ਸੀ ਮੈਂ ਚੋਣ ਲੜਨੀ ਆ, ਪਰ ਉਹਨਾਂ ਨੂੰ ਮੁੜ ਕੇ ਸਰਕਾਰ ਬਣਨ ਤੇ ਚੇਅਰਮੈਨ ਹੀ ਦੇ ਦਿੰਦੇ, ਉਹਨੇ 'ਚੋਂ ਖੁਸ਼ ਹੋ ਜਾਂਦੇ, ਉਹ ਬਹੁਤਾ ਨਹੀਂ ਉਹ ਕਰਦੇ। ਪਰ ਹੁਣ ਉੱਥੇ ਫੰਗ ਫਸ ਗਿਆ ਜਿਹੜਾ ਉਹ ਵਲਟੋਆ ਤੇ ਕੈਰੋਂ ਦਾ ਆ। ਹੁਣ ਇਹ ਸਮਾਂ ਦੱਸੂਗਾ ਵੀ ਉੱਥੇ ਹੁਣ ਖੇਮਕਰਨ ਤੋਂ ਪੱਟੀ ਤੋਂ ਇਹ ਕੌਣ ਲੜਦਾ ਤੇ ਕੌਣ ਨਹੀਂ ਲੜਨਾ। ਤੇ ਹਰਮਿੰਦਰ ਗਿੱਲ ਹੋਣੀ ਆ ਜਿਹੜੇ ਕਾਂਗਰਸ ਦੇ ਜਿੱਤੇ ਆ, ਉਹ ਤਾਂ ਪਹਿਲਾਂ ਹੀ ਦਮਗੱਜੇ ਮਾਰਨ ਲੱਗ ਪਏ ਵੀ ਆਓ ਮੈਦਾਨ 'ਚ, ਹੁਣ ਤੁਸੀਂ ਤਾਂ ਆਪੋ ਧਾੜ ਹੋਈ ਫਿਰਦੇ ਆ, ਦੇਖੋ ਲੜ ਕੇ ਕਿੱਧਰ ਲੜ ਹੁੰਦਾ। ਦੋਨੋਂ ਪਾਸੇ ਤਿਆਰ ਆ, ਪੱਟੀ ਹਲਕੇ ਤੋਂ ਬਣੇ ਹੋਏ ਆ। ਖੇਮਕਰਨ ਤੋਂ ਇਹ ਨਹੀਂ ਵੀ ਇਕੱਲੇ ਅਕਾਲੀ ਦਲ 'ਚ ਰਫੜ ਪੈਂਦਾ, ਖੇਮਕਰਨ ਤੋਂ ਕਾਂਗਰਸ ਦੇ ਵਿੱਚ ਵੀ ਰਫੜ ਪਿਆ ਸੀ, ਜਦੋਂ ਗੁਰਚੇਤ ਸਿੰਘ ਭੁੱਲਰ ਹੋਣਾ ਦੇ ਗਾਹਾਂ ਸਾਰਾ ਪਰਿਵਾਰ ਹੀ ਉੱਥੇ ਖੜ ਗਿਆ ਸੀ ਖੇਮਕਰਨ ਤੋਂ ਟਿਕਟ ਲੈਣ ਲਈ, ਪਿਓ ਵੀ ਦੋਨੇ ਬੇਟੇ ਵੀ। ਤੇ ਫਿਰ ਕਾਂਗਰਸ ਨੇ ਫਿਰ ਵੱਡੇ ਬੇਟੇ ਨੂੰ ਲੜਾਇਆ ਸੀ ਉੱਥੋਂ ਲੜਾ ਕੇ ਦੂਜੇ ਜਿਹੜੇ ਪਿਓ ਪੁੱਤ ਫਿਰ ਵੀ ਚੋਣ ਪ੍ਰਚਾਰ ਦੇ ਖਿਲਾਫ ਭਾਵਾਂ ਅੰਦਰ ਖਾਤੇ ਕਰਦੇ ਰਹੇ, ਪਰ ਉਹ ਵਿਰਸਾ ਸਿੰਘ ਵਲਟੋਏ ਨੂੰ ਹਰਾਉਣ 'ਚ ਕਾਮਯਾਬ ਹੋਇਆ ਸੀ। ਜੀ, ਤੇ ਇਸ ਵੇਲੇ ਅਸੀਂ ਅਗਲੇ ਮੁੱਦੇ ਵੱਲ ਆਉਂਦੇ ਆ, ਪਰ ਇਸ ਵੇਲੇ ਲੈਂਦੇ ਆ ਬ੍ਰੇਕ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਤੇ ਅਵਤਾਰ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਜਿਹੜੇ ਮੁੱਦੇ ਤੇ ਆਪਾਂ ਗੱਲ ਕਰ ਰਹੇ ਸੀ ਨਾ, ਵਿਧਾਨ ਸਭਾ ਚੋਣਾਂ ਦਾ ਰੇੜਕਾ ਖੜਾ ਹੋ ਜਾਂਦਾ ਹੈ ਤੇ ਕਈ ਇੰਨੇ ਜ਼ਿਆਦਾ ਨਾਰਾਜ਼ ਹੋ ਜਾਂਦੇ ਹੈ ਤੇ ਉਹ ਵੱਡਾ ਕਾਰਾ ਕਰ ਜਾਂਦੇ ਨੇ, ਤੇ ਉਹ ਵੱਡਾ ਕਾਰਾ ਕਿਤੇ ਮੈਨੂੰ ਲੱਗਦਾ ਹੈ ਕਿਤੇ ਹੋਇਆ ਹੈ, ਤੇ ਉਹਦੇ ਬਾਰੇ ਚਾਨਣਾ ਪਾ ਦਿਓ। ਦੇਖੋ, ਸਿਆਸਤ ਵਿੱਚ ਜਿਹੜਾ ਬੰਦਾ ਆਉਂਦਾ ਨਾ, ਉਹਦੀ ਫਿਤਰਤ ਹੀ ਇਹ ਬਣ ਜਾਂਦੀ ਕਿ ਮੈਂ ਹਰ ਵੇਲੇ ਚਿੱਟਾ ਕੁੜਤਾ ਪਜਾਮਾ ਪਾ ਕੇ ਰੱਖਾਂ, ਟੌਰ ਦੀ ਗੱਡੀ ਹੋਵੇ ਕੋਲ, 2-4 ਮੇਰੇ ਅੰਗ ਸੰਗ ਬਾਡੀਗਾਰਡ ਹੋਣ, ਤੇ ਪਤਾ ਲੱਗੇ ਬੰਦਾ ਵੀ ਜਾਂਦਾ ਹੋਇਆ ਭਾਵੇਂ ਪੱਲੇ ਕੁਝ ਵੀ ਨਾ ਹੋਵੇ। ਤੇ ਉਹ ਉਹਦੀ ਫਿਤਰਤ 'ਚ ਬਣ ਜਾਂਦੀ ਵੀ ਮੈਂ ਹਰ ਵੇਲੇ ਲੀਡਰ ਲੱਗਾ। ਤੇ ਜਦੋਂ ਫਿਰ ਉਹ ਲੀਡਰੀ ਚਮਕਾਉਣ ਦਾ ਮਾਰਾ ਗਾਹਾਂ ਐਸ ਕਦਰ ਹਾਈ ਕਮਾਂਡ ਤੱਕ ਪਹੁੰਚ ਜਾਂਦਾ, ਪਹਿਲਾਂ ਵੀ ਮੇਰੀ ਟਿਕਟ ਤਾਂ ਪੱਕੀ ਤੇ ਜਦੋਂ ਲੱਗਦਾ ਪਏ ਉੱਥੇ ਕੋਈ ਟਿਕਟ ਹੋਰ ਹੀ ਕੋ ਦਾ ਮਾਰ ਜਾਏ, ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ, ਉਹ ਫਿਰ ਦੇਖਦਾ ਰਹਿ ਜਾਂਦਾ ਵਿਚਾਰਾ ਵੀ ਬਣੀ ਕੀ ਗੱਲ ਇਹ। ਫਿਰ ਉਹਨੂੰ ਸੋਚਦਾ ਕੁਛ ਨਹੀਂ, 2-3 ਕੰਮ ਕਰਦਾ ਉਹ। ਪਹਿਲਾਂ ਜਾਂ ਤਾਂ ਫਿਰ ਸੌਦੇਬਾਜ਼ੀ ਕਰੂਗਾ, ਦੂਸਰੀ ਗੱਲ ਸੌਦੇਬਾਜ਼ੀ ਵੀ ਅਗਲੀ ਪਾਰਟੀ ਨਾਲ ਕਰੂਗਾ ਵੀ ਦੱਸ ਵੀ ਤੂੰ ਟਿਕਟ ਦਿੰਦਾ ਮੈਂ ਤੇਰੇ ਕੋਲ ਆਉਣਾ, ਇਹ ਵੀ ਸੌਦੇਬਾਜ਼ੀ ਹੋ ਗਈ। ਤੀਸਰੀ ਗੱਲ ਫਿਰ ਉਹਨੂੰ ਜਦ ਲੱਗਦਾ ਵੀ ਜੇ ਅਗਲੀ ਪਾਰਟੀ ਵੀ ਨਹੀਂ ਚੱਲਦੀ, ਮੈਨੂੰ ਕੋਈ ਹੋਰ ਪਾਰਟੀ ਵੀ ਨਹੀਂ ਚੱਲਦੀ, ਜਾਵਾਂ ਤਾਂ ਕਿੱਥੇ ਜਾਵਾਂ, ਤੇ ਵਿਰੋਧ ਦਰਜ ਕਰਾਉਣ ਲਈ ਫਿਰ ਆਪਣੇ ਵਿਚਾਰਾ ਕਈ ਵਾਰੀ ਸਿਰ ਵੀ ਬਾਲ ਵੀ ਮੁੰਡਾ ਲੈਂਦਾ। ਮੈਂ ਇਹਦੇ 'ਚ ਵਿਚਾਰੀ ਗੱਲ ਤਾਂ ਨਹੀਂ ਕਹੀ ਕਿਉਂਕਿ ਔਰਤਾਂ ਪ੍ਰਤੀ ਚਲੋ ਸਤਿਕਾਰ ਵਰਤਣਾ ਚਾਹੀਦਾ। ਇਹ ਕੇਰਲ ਦੇ ਵਿੱਚ ਜ਼ਿਲ੍ਹਾ ਕਾਂਗਰਸ ਦੀ ਮਹਿਲਾ ਪ੍ਰਧਾਨ ਆ, ਉਹਨੂੰ ਟਿਕਟ ਨਹੀਂ ਮਿਲੀ ਤਾਂ ਉਹਨੇ ਆਪਣਾ ਸਿਰ ਦਾ ਮੁੰਡਨ ਕਰਵਾ ਦਿੱਤਾ। ਵਿਰੋਧ ਦਰਜ ਕਰਵਾਉਣ ਦਾ ਹਰੇਕ ਦਾ ਹੱਕ ਆ,
ਪ੍ਰਦਰਸ਼ਨ ਕਰਨ ਦਾ ਹੱਕ ਆ, ਨਾਅਰੇਬਾਜ਼ੀ ਕਰਨ ਦਾ ਹੱਕ ਆ, ਪਰ ਇੱਕ ਪਾਸੇ ਤਾਂ ਆਪਾਂ ਦੇਖਦੇ ਹਾਂ ਵੀ ਜੇ ਕੋਈ ਨਵਾਂ ਚਿਹਰਾ ਆਉਂਦਾ ਜਾਂ ਨਵੀਂ ਪੀੜ੍ਹੀ ਸਾਹਮਣੇ ਆਉਂਦੀ ਆ, ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ। ਹਾਂ, ਜੇ ਤੁਹਾਨੂੰ ਪਹਿਲਾਂ ਮੌਕਾ ਮਿਲਿਆ ਤਾਂ ਹੁਣ ਨਹੀਂ ਮਿਲਿਆ ਤੇ ਇਹਦੇ ਵਿੱਚ ਵੀ ਥੋੜਾ ਜਿਹਾ ਸਬਰ ਹੋ ਜਾਣਾ ਚਾਹੀਦਾ ਵੀ ਹਾਂ ਵੀ ਕੋਈ ਗੱਲ ਨਹੀਂ, ਅਗਲੀ ਵਾਰ ਫੇਰ ਸਹੀ। ਘੱਟੋ ਘੱਟ ਆਪਣੀ ਜਿਹੜੀ ਆ ਇਮਾਨਦਾਰੀ ਉਹਨੂੰ ਤਾਂ ਬਰਕਰਾਰ ਰੱਖੋ, ਵਫਾਦਾਰੀ ਬਰਕਰਾਰ ਰੱਖੋ। ਪਾਰਟੀ ਨਾਲ ਜੇ ਜੁੜੇ ਆ ਸ਼ੁਰੂ ਤੋਂ ਤੇ ਇੱਕ ਟਿਕਟ ਕਰਕੇ ਜਾਂ ਸਿਰਫ ਤੇ ਸਿਰਫ ਕੁਰਸੀ ਲੈਣ ਦੇ ਖਾਤਰ ਆਪਾਂ ਇੱਧਰ ਉੱਧਰ ਟਪੂਸੀਆਂ ਮਾਰਦੇ ਫਿਰੀਏ ਵੀ ਇੱਧਰ ਨਹੀਂ ਤਾਂ ਉੱਧਰ ਸੀ ਤਾਂ ਉੱਧਰ ਨਹੀਂ ਤਾਂ ਇੱਧਰ ਸੀ। ਇਹ ਗੱਲ ਮੈਂ ਤਾਂ ਜੋੜਦਾ ਪਿਆ ਵੀ ਬੰਗਾਲ ਦੇ ਵਿੱਚ ਇੱਕ ਇਹੋ ਜਿਹਾ ਲੀਡਰ ਸੀਗਾ ਜਿਹੜਾ 3-4 ਪਾਰਟੀਆਂ ਇੱਕੋ ਸਮੇਂ 'ਚ ਬਦਲ ਕੇ ਆ ਗਿਆ। ਅੱਛਾ ਜੀ। ਆਹ ਚੋਣਾਂ ਦੇ ਵਿੱਚ ਇੱਕ ਬੰਦਾ ਤ੍ਰਿਣਮੂਲ 'ਚ ਸੀਗਾ, ਬੀਜੇਪੀ ਚਲ ਗਿਆ, ਉੱਥੇ ਦੇਖਿਆ ਮੇਰਾ ਹੋਰ ਵਿਰੋਧੀ ਬੈਠਾ ਮੋਰੇ ਕੋਈ, ਉਹਨੂੰ ਛੱਡ ਕੇ ਫੇਰ ਤ੍ਰਿਣਮੂਲ 'ਚ ਆ ਗਿਆ, ਤ੍ਰਿਣਮੂਲ 'ਚ ਦੇਖਿਆ ਮੈਨੂੰ ਤਾਂ ਟਿਕਟ ਨਹੀਂ ਮਿਲੀ, ਫੇਰ ਚਲ ਗਿਆ ਉੱਧਰ। ਇਹ ਜਿਹੇ ਜਿਹੜੇ ਆ ਨਾ ਮੌਕਾ ਪ੍ਰਸਤ ਲੋਕ ਆ, ਇਹਨਾਂ ਪ੍ਰਤੀ ਵੋਟਰਾਂ ਨੂੰ ਵੀ ਜਾਗਰੂਕ ਹੋਣਾ ਪਊਗਾ ਤੇ ਜਿਹੜਾ ਆਪਣੀ ਪਾਰਟੀ ਦਾ ਨਹੀਂ ਸਕਾ, ਜਿਹੜਾ ਆਪਣੀ ਜ਼ਮੀਰ ਦਾ ਨਹੀਂ ਸਕਾ, ਆਪਣੀ ਇਮਾਨਦਾਰੀ ਦਾ, ਆਪਣੀ ਵਫਾਦਾਰੀ ਨਾਲ ਸਕਾ, ਉਹ ਤੁਹਾਡਾ ਕਿੱਥੋਂ ਸਕਾ ਬਣੂਗਾ ਜਿਹਨੂੰ ਤੁਸੀਂ ਵੋਟਾਂ ਪਾਉਂਦੇ ਆ। ਵੋਟ ਵੀ ਅੱਖਾਂ ਬੰਦ ਕਰਕੇ ਬਿਨਾਂ ਕਿਸੇ ਸੋਚੇ ਸਮਝ ਕੇ ਕਿਸੇ ਦੂਸਰੇ ਵੱਲ ਦੇਖ ਕੇ ਨਹੀਂ ਪਾਉਣੀ ਚਾਹੀਦੀ। ਇਹੀ ਗੱਲ ਮੈਂ ਉਹ ਜਾਨਵਰਾਂ ਦੇ ਨਾਲ ਤਾਂ ਜੋੜੀ ਸੀਗੀ ਵੀ ਵੋਟਰਾਂ ਦੀ ਕਦਰ ਸਿਰਫ 2 ਮਈ ਤੱਕ ਆ ਇਹਨਾਂ 5 ਸੂਬਿਆਂ ਦੇ ਵਿੱਚ, ਜਿੱਥੇ ਹਰੇਕ ਪਾਰਟੀ ਦਾ ਆਗੂ ਜਾ ਕੇ ਇਹ ਕਹਿੰਦਾ ਵੀ ਵੋਟਰ ਤੋਂ ਹਮਾਰੇ ਭਗਵਾਨ ਹੈ। ਵੋਟਰਾਂ ਨੇ ਤੈਅ ਕਰਨਾ, ਇੱਥੋਂ ਤੱਕ ਕਿ ਫੈਸਲਾ ਵੀ ਕਰ ਦਿੰਦੇ ਆ ਕਿ ਦੇਖੋ ਜੀ ਵੋਟਰਾਂ ਨੇ ਪਰਿਵਰਤਨ ਕਰਨ ਦਾ ਤਹਈਆ ਕਰ ਲਿਆ, ਵੋਟਰਾਂ ਨੇ ਫੈਸਲਾ ਕਰ ਲਿਆ ਵੀ ਇਸ ਵੇਲੇ ਪਰਿਵਰਤਨ ਹੋਣਾ ਹੀ ਹੋਣਾ। ਇਹ ਤਾਂ ਹੁਣ ਵੋਟਰਾਂ ਦੀ ਸੋਚ ਆ, ਸਮਝ ਆ, ਜਾਗਰੂਕਤਾ ਕਿੰਨੀ ਆ, ਇਹ ਵੋਟਰਾਂ ਦੇ ਵਿੱਚ ਹੀ ਪਾਈ ਜਾਣੀ ਚਾਹੀਦੀ ਆ ਵੀ ਤੁਸੀਂ ਜਿਹਨੂੰ ਵੋਟ ਦਿੰਦੇ ਆ ਉਹ ਇਸ ਕਦਰ ਹੈਗਾ ਵੀ ਆ ਵੀ ਗਾਹਾਂ ਤੁਹਾਨੂੰ ਤਬਦੀਲੀ ਦੇਣ ਜੋਗਾ ਹੋਵੇ, ਤੁਹਾਡੇ ਲਈ ਗੱਲ ਕਰਨ ਜੋਗਾ ਹੋਵੇ, ਤੁਹਾਡੇ ਲਈ ਕੰਮ ਕਰਨ ਜੋਗਾ ਹੋਵੇ। ਤੇ ਜੇ ਆਉਣ ਵੇਲੇ 4 ਸਾਲ ਮੁੜ ਕੇ ਡੰਡੇ ਹੀ ਖਾਣੇ ਆ ਤਾਂ ਫਿਰ ਤਾਂ ਜਿਹਨੂੰ ਮਰਜ਼ੀ ਵੋਟਾਂ ਦੇਈ ਜਾਓ, ਕੋਈ ਫਰਕ ਨਹੀਂ ਪੈਂਦਾ। ਇਹ ਗੱਲ ਵਿਧਾਨ ਸਭਾ ਸੀਟਾਂ ਦੇ ਵਿੱਚ ਆਮ ਕਰਕੇ ਹਰੇਕ ਪਾਰਟੀ 'ਚ ਉੱਠ ਜਾਂਦੀਆਂ। ਆਪਾਂ ਅਕਾਲੀ ਦਲ ਦੀ ਗੱਲ ਕੀਤੀ ਆ, ਕਾਂਗਰਸ ਦੇ ਵਿੱਚ ਵੀ ਬਹੁਤ ਰਫੜ ਪੈਂਦਾ, ਜੇ ਪਿਓ ਨੂੰ ਮਿਲ ਗਈ ਪੁੱਤ ਨਾਰਾਜ਼ ਆ, ਜੇ ਭਰਾ ਨੂੰ ਮਿਲ ਗਈ ਭਰਾ ਨਾਰਾਜ਼ ਆ। ਇਸੇ ਤਰੀਕੇ ਨਾਲ ਕੇਰਲ ਦੇ ਵਿੱਚ ਵੀ ਆਈ ਹੋਇਆ। ਵੈਸੇ ਅਵਤਾਰ ਜੀ ਪਤੀ ਪਤਨੀ ਵੀ ਅਲੱਗ-ਅਲੱਗ ਪਾਰਟੀਆਂ ਤੋਂ ਕਈ ਵਾਰੀ ਆਮੋ ਸਾਹਮਣੇ ਆ ਬਹੁਤ ਥਾਵਾਂ ਤੇ ਇਦਾਂ ਹੈਗਾ। ਇੱਕ ਪਤੀ ਕਿਸੇ ਹੋਰ ਪਾਰਟੀ 'ਚ ਲੜ ਰਿਹਾ ਤੇ ਪਤਨੀ ਕਿਸੇ ਹੋਰ ਪਾਰਟੀ 'ਚ ਲੜ ਰਹੀ ਆ, ਤੇ ਪਰ ਇੱਕ ਗੱਲ ਉਹ ਚੰਗਾ ਕਰ ਦਿੰਦੇ ਵੀ ਉਹਨਾਂ ਨੇ ਇੱਕੋ ਹੱਲ ਕੇ ਚ ਟਿਕਟ ਨਹੀਂ ਦਿੰਦੇ ਵੀ ਆਪਸ 'ਚ ਲੜਦੇ ਰਹਿਣ ਉੱਤੇ ਵੀ ਘਰ 'ਚ ਲੜਾਈ ਬਥੇਰੀ ਹੋ ਜਾਂਦੀ ਹੈ ਪਤੀ ਪਤਨੀ 'ਚ। ਇਹੋ ਜਿਹੇ ਸਿਆਸੀ ਪੱਧਰ ਤੇ ਲੜਾਈ ਕਰਾਉਣੀ ਜਿਹੜੀ ਆ ਉਹ ਪਾਰਟੀ ਵੀ ਦੇਖ ਲੈਂਦੀ ਵੀ ਇਹਦਾ ਅਰਸਰ ਸੂ ਕਿੰਨਾ ਕੁ ਆ ਵੀ ਆਪਾਂ ਇਹਨੂੰ ਤਰੀਕੇ ਨਾਲ ਲੜਾ ਲਈਏ, ਪਰ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ। ਲੋਕਤੰਤਰ ਆ, ਲੋਕਤੰਤਰ ਦੇ ਵਿੱਚ ਨਵੇਂ ਚਿਹਰੇ ਵੀ ਆਉਂਦੇ ਆ, ਨਵਿਆਂ ਨੂੰ ਮੌਕਾ ਵੀ ਦੇਣਾ ਚਾਹੀਦਾ। ਜਿਹਦਾ ਕੋਈ ਆਪਣਾ ਅਸਰ ਰਸੂਕ ਹੈ, ਇਮਾਨਦਾਰ ਆ, ਵਫਾਦਾਰ ਆ, ਉਹਨੂੰ ਵੀ ਮੋਹਰੇ ਲਿਆਉਣਾ ਚਾਹੀਦਾ ਆ। ਕੇਰਲ ਵਿੱਚ ਤਾਂ ਮੈਂ ਇਹ ਵੀ ਇੱਕ ਦੇਖਿਆ ਵੀ ਕਾਮਰੇਡਾਂ ਦੀ ਗੱਲ ਆ, ਪਤਾ ਨਹੀਂ ਉਹ ਕਿਸ ਹੱਦ ਤੱਕ ਸਹੀ ਆ, ਕਿਤੇ ਪੜ੍ਹੀ ਸੀ ਮੈਂ ਵੀ ਉਹਨਾਂ ਨੇ ਇਹ ਟਰਮ ਬਣਾ ਲਈ ਸੀਗੀ ਵੀ ਜਿਹੜਾ 2-3 ਵਾਰ ਬਣਿਆ ਉਹਨੂੰ ਦੁਬਾਰਾ ਟਿਕਟ ਨਹੀਂ ਦੇਣੀ। ਤੇ ਨਵੇਂ ਜਿਹੜੇ ਆ ਲਿਆਂਦੇ ਚਿਹਰੇ, ਉਹਨਾਂ ਦੇ ਵਿੱਚ ਕੋਈ PhD ਆ, ਕੋਈ MSc ਆ, ਕੋਈ M.Tech ਆ, ਬਹੁਤ ਪੜ੍ਹੇ ਲਿਖੇ ਜਿਹੜੇ ਕਾਮਰੇਡ ਜਿਹੜੇ ਆ ਉੱਥੋਂ ਨੇ, ਉਹਨਾਂ ਨੂੰ ਉਹ ਟਿਕਟ ਦਿੱਤੀ ਗਈ ਆ, ਉਹ ਯੰਗ ਏਜ ਵਾਲੇ ਆ। ਇਹ ਵੀ ਇੱਕ ਫਾਰਮੂਲਾ ਆ। ਜੇ ਇਹੋ ਜਿਹਾ ਫਾਰਮੂਲਾ ਵਾਕਈ ਸੱਚ ਹੋਇਆ ਕੇਰਲ ਦੇ ਵਿੱਚ ਇਦਾਂ ਕੀਤਾ ਆ, ਜਿਹੜੇ ਉਹ ਪਿਨਾਇਨ ਮੁੱਖ ਮੰਤਰੀ ਕਾਮਰੇਡ ਉੱਥੋਂ ਦੇ ਕੇਰਲ ਦੇ, ਤਾਂ ਫਿਰ ਇਹ ਫਾਰਮੂਲਾ ਹੋਰਨਾਂ ਸਟੇਟਾਂ 'ਚ ਵੀ ਲਾਗੂ ਹੋਣਾ ਚਾਹੀਦਾ ਵੀ ਜਿੱਥੇ ਆਪਾਂ ਦੇਖੀਏ ਤਾਂ 80-80 ਸਾਲ ਦੇ ਬਜ਼ੁਰਗ ਵੀ ਕੁਰਸੀ ਨਹੀਂ ਛੱਡਦੇ। ਉਹ ਵੀ ਕਹਿੰਦੇ ਨਾ ਮੈਂ ਤਾਂ ਹਜੇ ਕਿੱਥੇ, ਹਜੇ ਹੋਰ 5 ਸਾਲ ਕੱਢ ਜਾਣੇ ਆ। ਕੈਪਟਨ ਸਾਹਿਬ ਵੀ ਦੇਖ ਲਓ, ਪਹਿਲਾਂ ਕਹਿੰਦੇ ਮੈਂ ਮੇਰੀ ਆਖਰੀ ਚੋਣ ਆ ਇਹ, ਹੁਣ ਦੇਖਿਆ ਵੀ ਮੋਰੇ ਵਿਸਾਤ ਜਿਹੜੀ ਆ ਸਿਆਸੀ ਇਹੋ ਜਿਹੀ ਬਣਦੀ ਜਾ ਰਹੀ ਆ ਵੀ ਮੈਂ ਦੁਬਾਰਾ ਚੋਣ ਲੜ ਲਵਾਂ, ਕਿਹੜੀ ਗੱਲ ਆ, ਮੁੜ ਕੇ ਫੇਰ ਜਿੱਤ ਜਾਊਗਾ। ਇਹ ਜੇ ਟਰਮਾਂ ਨੋਰਮ ਵਧਾਤੀ ਜਾਵੇ। ਅਮਰੀਕਾ ਦੇ ਵਿੱਚ ਬੜੀ ਵਧੀਆ ਨੋਰਮ ਆ, 2 ਵਾਰ ਤੋਂ ਬਾਅਦ ਬੰਦਾ ਰਾਸ਼ਟਰਪਤੀ ਨਹੀਂ ਬਣ ਸਕਦਾ, ਬੇਸ਼ੱਕ ਉਹ ਜਿੰਨੀ ਮਰਜ਼ੀ ਯੰਗ ਏਜ ਦਾ ਹੋਵੇ। ਓਬਾਮਾ ਬਹੁਤੀ ਏਜ ਤਾਂ ਨਹੀਂ ਸੀ ਉਹਦੀ, 2 ਵਾਰ ਬਣਿਆ, ਬਸ ਖਤਮ ਹੈ, ਉਹਦਾ ਗਾਹਾਂ ਰਾਸ਼ਟਰਪਤੀ ਬਣ ਨਹੀਂ ਸਕਦਾ। ਜਾਰਜ ਬੁਸ਼ W ਬੁਸ਼ ਜਿਹੜਾ ਜੂਨੀਅਰ ਆ, ਉਹ ਵੀ ਹਾਲੇ ਵੀ ਯੰਗ ਏਜ ਹੀ ਲੱਗਦਾ। ਜਦੋਂ ਆਪਾਂ ਦੇਖਦੇ ਹਾਂ ਕਿਤੇ ਆਉਂਦੇ ਆ ਸਮਾਗਮ 'ਚ ਤੇ ਕਿੰਨੀ ਏਜ ਅਜੇ ਘੱਟ ਆ, ਉਹ ਦੁਬਾਰਾ ਬਣ ਸਕਦੇ ਸੀਗੇ ਪਰ ਨਹੀਂ। ਮਤਲਬ ਕੀ ਆ ਵੀ ਇੱਕ ਵਾਰੀ ਜਿਹੜੀ ਟਰਮ ਇਦਾਂ ਨਿਰਧਾਰਿਤ ਕਰਤੀ ਜਾਵੇ ਤਾਂ ਆਪਣੇ ਆਪ ਬੰਦੇ ਜਿਹੜੇ ਆ ਉਹ ਪਤਾ ਹੋ ਜਾਏ ਵੀ ਮੈਂ 2 ਟਰਮ ਹੀ ਬਣਨਾ, ਉਸ ਤੋਂ ਬਾਅਦ ਨਹੀਂ ਬਣਨਾ, ਤੇ ਫਿਰ ਇਹੋ ਜਿਹਾ ਰੌਲਾ ਰੱਪਾ ਪਵੇ ਹੀ ਨਾ। ਨਵੇਂ ਮੁੰਡੇ ਜਿਹੜੇ ਨਵੇਂ ਆਉਣ ਵਾਲੇ ਸਿਆਸਤ, ਇੱਕ ਪਾਸੇ ਆਪਾਂ ਕਹਿੰਦੇ ਬਈ ਨੌਜਵਾਨ ਪੀੜ੍ਹੀ ਸਿਆਸਤ 'ਚ ਆਵੇ, ਤੇ ਸਿਆਸਤ 'ਚ ਆਉਂਦੀ ਨੌਜਵਾਨ ਪੀੜ੍ਹੀ ਨੂੰ ਇਹ ਨਹੀਂ ਆਉਣ ਦਿੰਦੇ, ਪੁਰਾਣੇ ਬੰਦੇ ਜਿਹੜੇ ਨਹੀਂ ਆਉਣ ਦਿੰਦੇ ਵੀ ਟਿਕਟਾਂ ਨੂੰ ਲੈ ਕੇ ਬਹਿ ਜਾਂਦੇ ਆ, ਤਾਂ ਫਿਰ ਉਹ ਕਿਵੇਂ ਆਉਣਗੇ ਜੀ। ਤੇ ਅਵਤਾਰ ਜੀ ਇਸ ਵੇਲੇ ਬੜਾ ਰੌਲਾ ਪੈ ਰਿਹਾ ਕਰੋਨਾ ਦਾ ਫੇਰ ਤੋਂ ਜੀ, ਬੜੇ ਸਾਰੇ ਹਾਦਸੇ ਹੋ ਰਹੇ ਨੇ ਕਰੋਨਾ ਕਰਕੇ, ਕੋਈ ਕਿਤੇ ਅਸੀਂ ਕਿਉਂ ਇੰਨੇ ਅਵੇਸਲੇ ਹੋ ਰਹੇ ਹਾਂ? ਬਿਲਕੁਲ ਜੀ, ਇਹ ਨਤੀਜਾ ਜਿਹੜਾ ਦੁਬਾਰਾ ਕਰੋਨਾ ਵਧਣ ਦਾ ਇਹੀ ਆ ਪਏ ਲੋਕ ਅਵੇਸਲੇ ਅਣਗਹਿਲੀ ਕਰਨ ਲੱਗ ਪਏ ਆ, ਮਾਸਕ ਪਾਉਣਾ ਛੱਡ ਦਿੱਤਾ, ਸੈਨੀਟਾਈਜ਼ਰ ਕਿਤੇ ਭੁੱਲੇ ਗਏ, ਤੇ ਸਮਾਜਿਕ ਦੂਰੀ ਨਾਂ ਦੀ ਚੀਜ਼ ਆਪਾਂ ਨੂੰ ਦਿਸਦੀ ਨਹੀਂ। ਜੇ ਮੰਨ ਲਓ ਵੀ ਆਪਣਾ ਭਾਰਤ ਦੇ ਵਿੱਚ ਹੀ ਆਪਾਂ ਇਹ ਰੌਲਾ ਪੈਂਦਾ ਪਏ ਦੇਖੋ ਕਰੋਨਾ ਹੈ ਹੀ ਨਹੀਂ, ਉਹੀ ਰੌਲਾ ਪਾਇਆ, ਤੇ ਅਮਰੀਕਾ ਦੇ ਵਿੱਚ ਇੰਨੀਆਂ ਮੌਤਾਂ ਕਿਵੇਂ ਹੋ ਗਈਆਂ।
ਯੂਰਪ ਦੇ ਵਿੱਚ ਇੰਗਲੈਂਡ 'ਚ ਪੂਰੀ ਤਰ੍ਹਾਂ ਫਿਰ ਲੋਕਡਾਊਨ ਵਾਲੀ ਸਥਿਤੀ ਆ। ਇਟਲੀ ਨੇ ਦੁਬਾਰਾ ਲਾਉਣਾ ਐਲਾਨ ਕਰਤਾ ਲੋਕਡਾਊਨ ਦਾ। ਜੇ ਕੋਈ ਇਹੋ ਜਿਹੀ ਬਿਮਾਰੀ ਹੈਗੀ ਤਾਂ ਹੀ ਕੀਤਾ ਆ, ਤੇ ਜੇ ਆਪਾਂ ਇਹਨੂੰ ਹਾਲੇ ਵੀ ਉਨੀ ਗੰਭੀਰਤਾ ਨਾਲ ਨਹੀਂ ਲੈਂਦੇ ਤੇ ਫਿਰ ਆਪਣਾ ਹਾਲ ਦੇਖ ਲਓ ਵੀ ਜਦੋਂ ਸ਼ੁਰੂ 'ਚ ਮਾਰਚ ਦੇ 2020 'ਚ ਲੋਕਡਾਊਨ ਵਾਲੀ ਸਥਿਤੀ ਆ ਗਈ ਸੀ ਔਰ ਲਾ ਵੀ ਦਿੱਤਾ ਸੀਗਾ, ਤਾਂ ਫਿਰ ਬਹੁਤ ਰੌਲਾ ਪਿਆ ਸੀਗਾ ਵੀ ਇੱਕਦਮ ਲੋਕਡਾਊਨ ਲਾਤਾ। ਖੈਰ ਉਦੋਂ ਨੁਕਤਾਚੀਨੀ ਵੀ ਸਰਕਾਰ ਤੇ ਬਹੁਤ ਉੱਠੀ ਸੀ ਵੀ ਸਾਨੂੰ ਕੋਈ ਟਾਈਮ ਹੀ ਨਹੀਂ ਦਿੱਤਾ, ਪਹਿਲਾਂ ਅਗਾਊਂ ਦੱਸਣਾ ਚਾਹੀਦਾ ਸੀਗਾ, ਖੜੇ ਪੈਰ ਫੈਸਲਾ ਲਿਆ ਸੀਗਾ, ਉਹਦਾ ਨੁਕਤਾਚੀਨੀ ਹੋਣੀ ਸੀਗੀ। ਪਰ ਉਹਦੇ ਲਈ ਹੁਣ ਆਪਾਂ ਇਹ ਨਤੀਜੇ ਦੇਖਦੇ ਹਾਂ ਵੀ ਹੋ ਸਕਦਾ ਜੇ ਉਦੋਂ ਲੋਕਡਾਊਨ ਨਾ ਲਾਉਂਦੇ ਤੇ ਅੱਜ ਦੇ ਹਾਲਾਤ ਵੀ ਉਦਾਂ ਦੇ ਬਣਨੇ ਸੀਗੇ ਜੋ ਹੁਣ ਬਣਦੇ ਜਾ ਰਹੇ ਆ। ਸਭ ਤੋਂ ਖਰਾਬ ਸਥਿਤੀ ਜਿਹੜੀ ਇਸ ਵੇਲੇ ਮਹਾਰਾਸ਼ਟਰ ਦੀ ਆ, ਜਿੱਥੇ ਮੁੱਖ ਮੰਤਰੀ ਉਧਵ ਠਾਕਰੇ ਬਾਰ-ਬਾਰ ਲੋਕਾਂ ਨੂੰ ਸਵਾਲ ਪੁੱਛ ਰਹੇ ਆ, ਦੱਸੋ ਤੁਹਾਨੂੰ ਲੋਕਡਾਊਨ ਚਾਹੀਦਾ ਜਾਂ ਮਾਸਕ ਚਾਹੀਦਾ ਜੀ, ਇਹ ਤੁਸੀਂ ਫੈਸਲਾ ਕਰੋ, ਤੁਸੀਂ ਦੱਸੋ। ਮੈਂ 1-2 ਦਿਨ ਦੇ ਵਿੱਚ ਇਹਦਾ ਸਰਵੇਖਣ ਕਰਾ ਲੈਣਾ ਆਪਣੇ ਬੰਦੇ ਭੇਜ ਕੇ। ਜੇ ਤਾਂ ਤੁਹਾਨੂੰ ਲੱਗਦਾ ਹੋਇਆ ਵੀ ਲੋਕਡਾਊਨ ਨਹੀਂ ਚਾਹੀਦਾ ਤਾਂ ਆਪਦੀਆਂ ਸਾਵਧਾਨੀਆਂ ਵਰਤ ਲਿਓ। ਜੇ ਚਾਹੀਦਾ ਲੋਕਡਾਊਨ ਤਾਂ ਮੇਰਾ ਤਾਂ ਇੱਕ ਮੂੰਹ ਹੀ ਹਿਲਾਉਣਾ, ਉਸ ਵੇਲੇ ਲੋਕਡਾਊਨ ਲੱਗ ਜਾਣਾ। ਤੇ ਉੱਥੇ ਕਈਆਂ ਜ਼ਿਲ੍ਹਿਆਂ ਦੇ ਵਿੱਚ ਖਾਸ ਕਰ ਪੁਣਾ ਜਿਹੜਾ ਆ ਉਹ ਜ਼ਿਆਦਾ ਪ੍ਰਭਾਵਿਤ ਹੋਇਆ ਆ, ਉੱਥੇ ਵੀ ਲੋਕਡਾਊਨ ਆ। ਅਕੋਲੇ ਆ, ਜਲਗਾਓਂ ਆ, ਅਮਰਾਵਤੀ ਆ, ਕਈ ਸ਼ਹਿਰਾਂ ਦੇ ਵਿੱਚ ਉੱਥੇ ਜਿਹੜੇ ਆ ਇਹ ਨਾਈਟ ਕਰਫਿਊ ਦੇ ਨਾਲ ਲੋਕਡਾਊਨ ਵੀ ਲਾਤਾ ਆ। ਪੰਜਾਬ ਦੀ ਗੱਲ ਕਰੀਏ ਤਾਂ ਇਸ ਵੇਲੇ 9-10 ਜ਼ਿਲ੍ਹਿਆਂ ਦੇ ਵਿੱਚ ਨਾਈਟ ਦਾ ਕਰਫਿਊ ਲਾਤਾ ਗਿਆ। ਇਹਦੇ ਵਿੱਚ ਵੀ ਸਵਾਲ ਇਹ ਉੱਠਦਾ ਸਰਕਾਰ ਦੇ ਵੀ ਰਾਤ ਨੂੰ ਕਰਫਿਊ ਲਾਉਣ ਦਾ ਕੀ ਤੁੱਕ ਬਣਦੀ ਆ। ਰਾਤ ਵੇਲੇ ਤੇ ਲੋਕ ਸਾਰੇ ਘਰਾਂ ਨੂੰ ਹੁੰਦੇ ਆ, ਪਰ ਇਹਦੇ ਵਿੱਚ ਜੇ ਆਪਾਂ ਦੂਸਰੇ ਪਾਸੋਂ ਦੇਖੀਏ ਤੇ ਕਰਫਿਊ ਸਿਰਫ ਇਸ ਕਰਕੇ ਨਹੀਂ ਵੀ ਤੁਸੀਂ ਬਾਹਰ ਨਿਕਲਿਓ, ਤੁਹਾਨੂੰ ਅੰਦਰ ਤਾੜਨ ਲਈ ਲਾਇਆ ਆ। ਇਹ ਇੱਕ ਮਾਨਸਿਕ ਤੌਰ ਤੇ ਤੁਹਾਨੂੰ ਡਰਾਉਣ ਲਈ ਵੀ ਆ ਵੀ ਹਾਲੇ ਤਾਂ ਰਾਤ ਦਾ ਕਰਫਿਊ ਲਾਇਆ ਆ, ਜੇ ਤੁਸੀਂ ਨਹੀਂ ਮੰਨੇ ਜਾਂ ਕਰੋਨਾ ਮਹਾਮਾਰੀ ਫੈਲਦੀ ਗਈ ਹੋਰ ਤੇ ਸਾਨੂੰ ਮਜਬੂਰਨ ਦਿਨ ਦਾ ਕਰਫਿਊ ਵੀ ਲਾਉਣਾ ਪਊ। ਇਹਨੂੰ ਇਸ ਤਰੀਕੇ ਨਾਲ ਕਿਉਂ ਨਹੀਂ ਲੋਕ ਲੈਂਦੇ ਵੀ ਜੇ ਰਾਤ ਦਾ ਕਰਫਿਊ ਲਾਇਆ ਹੈ ਇੱਕ ਡਰ ਪੈਦਾ ਕਰਨ ਲਈ ਲਾਇਆ ਵੀ ਕਰੋਨਾ ਵੱਧ ਰਿਹਾ, ਤੁਸੀਂ ਆਪ ਦੇ ਆਪ ਸਾਵਧਾਨ ਹੋ ਜਾਓ। ਪਰ ਆਪਾਂ ਦੇਖਦੇ ਹਾਂ ਇਹ ਵਧਣ ਦਾ ਕਾਰਨ ਸੀਗਾ ਵੀ ਵਿਆਹ ਸ਼ਾਦੀ ਬਹੁਤ ਆ ਗਏ ਸੀਗੇ, ਲੋਕਾਂ 'ਚ ਇਕੱਠ ਬਹੁਤ ਹੋਣ ਲੱਗ ਪਏ ਸੀਗੇ। ਦੂਸਰੇ ਪਾਸੇ ਨਾ ਜਾਓ ਤਾਂ ਵੀ ਕੋਈ ਗੱਲ ਨਹੀਂ ਵੀ ਚੋਣਾਂ ਦੇ ਵਿੱਚ ਇਕੱਠ ਹੋ ਰਿਹਾ, ਆਪਾਂ ਉਹਦੀ ਤੁਲਨਾ ਕਾਹਨੂੰ ਕਰੀਏ। ਜੇ ਹੁਣ ਚੋਣਾਂ 'ਚ ਇਕੱਠ ਹੁੰਦਾ ਮੰਨੀਏ ਤਾਂ ਗੁਜਰਾਤ ਦੇ ਵਿੱਚ ਕਿਹੜੀਆਂ ਚੋਣਾਂ ਆ, ਗੁਜਰਾਤ ਦੇ ਵਿੱਚ ਕਿਹੜਾ ਕਿਸਾਨ ਅੰਦੋਲਨ ਆ, ਮਹਾਰਾਸ਼ਟਰ ਦੇ ਵਿੱਚ ਕਿਸਾਨ ਅੰਦੋਲਨ ਹੈ ਨਹੀਂ, ਚੋਣਾਂ ਹੈ ਨਹੀਂ। ਸੋ ਉਹਦੇ ਆਪਾਂ ਤੁਲਨਾ ਕਰਨ ਨੂੰ ਬਹੁਤ ਛੇਤੀ ਚੱਲ ਜਾਂਦੇ ਹਾਂ, ਪਰ ਇਹਦੇ ਬਜਾਏ ਇਸ ਦੀ ਤੁਲਨਾ ਕਰਨ ਦੀ ਸਰਕਾਰ ਦੀਆਂ ਹਦਾਇਤਾਂ ਜੋ ਆਪਾਂ ਨੂੰ ਮਾਹਿਰ ਦੱਸਦੇ ਆ, ਡਾਕਟਰ ਦੱਸਦੇ ਆ, ਉਹਦੇ ਹਦਾਇਤਾਂ ਕਰਨੀਆਂ ਜ਼ਰੂਰੀ ਆ। ਅਮਰੀਕਾ ਦੇ ਵਿੱਚ ਜੇ ਇਸ ਵੇਲੇ ਕਰੋਨਾ ਨੂੰ ਕੁਛ ਹੱਦ ਤੱਕ ਪੂਰੀ ਤਰ੍ਹਾਂ ਨਹੀਂ ਪਾ ਸਕਿਆ ਕਾਬੂ, ਦੇਖ ਲਓ ਮਹਾਸ਼ਕਤੀ ਆ ਦੁਨੀਆ ਦਾ ਔਰ ਸਿਹਤ ਪੱਖੋਂ ਵੀ ਉਹਦਾ ਨੰਬਰ 1 ਸੀਗਾ ਉਹ ਪੂਰੀ ਦੁਨੀਆ 'ਚ, ਉਹ ਹਾਲੇ ਤੱਕ ਵੀ ਜੂਝ ਰਿਹਾ, ਪਰ ਹੁਣ ਥੋੜਾ ਜਿਹਾ ਉੱਥੇ ਕਾਬੂ ਆ ਰਿਹਾ। ਅੱਜ ਇੱਕ ਸਵੇਰੇ ਮੈਂ ਸੁਣ ਰਿਹਾ ਸੀਗਾ ਵੀ ਅੱਜ ਜਿਹੜੀ ਗਿਣਤੀ ਆ ਉੱਥੇ ਸਭ ਤੋਂ ਘੱਟ ਮੌਤਾਂ ਦੀ ਰਹੀ ਆ 600-700 ਦੇ ਕਰੀਬ, ਨਹੀਂ ਤਾਂ ਉੱਥੇ ਮੌਤਾਂ ਦੀ ਗਿਣਤੀ ਇੱਕ ਦਿਨ ਵਿੱਚ 24 ਘੰਟੇ 'ਚ 5-5 ਹਜ਼ਾਰ ਤੱਕ ਪਹੁੰਚ ਗਈ ਸੀਗੀ। ਉਹ ਕਾਬੂ ਤਾਂ ਹੀ ਕੀਤਾ ਗਿਆ ਕਿਉਂਕਿ ਜੋ ਬਾਈਡਨ ਜਦੋਂ ਤੋਂ ਰਾਸ਼ਟਰਪਤੀ ਬਣੇ ਆ ਉਹਨਾਂ ਨੇ ਇਸ ਕਦਰ ਪਾਬੰਦੀਆਂ ਲਾਈਆਂ ਵੀ ਉਹ ਸਾਰਿਆਂ ਲਈ ਮਾਸਕ ਜ਼ਰੂਰੀ ਕਰਤਾ, ਸੈਨੀਟਾਈਜ਼ਰ ਪਲੱਸ ਜਿਹੜਾ ਸਮਾਜਿਕ ਦੂਰੀ ਜ਼ਰੂਰੀ ਕਰਤੀ ਆ। ਇਮਾਰਤਾਂ ਨੂੰ, ਸਰਕਾਰੀ ਨੂੰ, ਪ੍ਰਾਈਵੇਟਾਂ ਨੂੰ, ਸਾਰਿਆਂ ਨੂੰ ਇੱਕ ਸਖਤ ਹਦਾਇਤਾਂ ਕੀਤੀਆਂ ਸੀਗੀਆਂ ਵੀ ਜੇ ਪਾਲਣਾ ਕਰੋਗੇ ਤਾਂ ਹੀ ਆ। ਪਰ ਹੁਣ ਅੰਮ੍ਰਿਤਸਰ ਦੇ ਆਪਾਂ ਗੱਲ ਕਰਦੇ ਪੰਜਾਬ ਦੇ ਵਿੱਚ ਤੇ ਉੱਥੇ ਵੀ ਡੀਸੀ ਨੇ ਨਵਾਂ ਫਰਮਾਨ ਜਿਹੜੀਆਂ ਨਵਾਂ ਗਾਈਡਲਾਈਨਾਂ ਜਾਰੀ ਕੀਤੀਆਂ ਵੀ ਜੇ ਕਿਸੇ ਨੇ ਹੋਟਲ ਵਿੱਚ ਜਾਣਾ, ਰੈਸਟੋਰੈਂਟ 'ਚ ਜਾਣਾ, ਵਿਆਹ ਸ਼ਾਦੀ 'ਚ ਜਾਣਾ ਤਾਂ ਤੁਹਾਨੂੰ ਜਿਹੜਾ ਉਹ ਕਰੋਨਾ ਟੈਸਟ ਦਾ ਜਿਹੜਾ ਸਰਟੀਫਿਕੇਟ ਦਿਖਾਉਣਾ ਪਊਗਾ ਵੀ ਇਹ ਪੋਜ਼ਿਟਿਵ ਆ ਕਿ ਨੈਗੇਟਿਵ ਆ। ਇਹ ਇੱਥੋਂ ਤੱਕ ਨੌਬਤ ਨਾ ਆਵੇ, ਲੋਕ ਆਪਣੇ ਆਪ ਜੇ ਸੁਚੇਤ ਹੋ ਜਾਣ, ਜਾਗਰੂਕ ਹੋ ਜਾਣ ਤਾਂ ਮੈਨੂੰ ਨਹੀਂ ਲੱਗਦਾ ਵੀ ਜੇ ਆਪਾਂ ਕਰੋਨਾ ਦੀ ਐਡੀ ਗੰਭੀਰ ਪਹਿਲੀ ਲਹਿਰ ਨੂੰ ਮਾਤ ਦੇਤੀ ਤੇ ਹੁਣ ਤਾਂ ਤੀਜੀ ਲਹਿਰ ਦੱਸ ਰਹੇ ਆ, ਪਰ ਹਾਲੇ ਪਤਾ ਨਹੀਂ ਪੂਰੀ ਤਰ੍ਹਾਂ ਫੈਲੀ ਕਿ ਨਹੀਂ, ਇਹ ਤਾਂ ਮਾਹਰਾਂ ਨੂੰ ਪਤਾ ਹੋਊਗਾ, ਪਰ ਦੱਸ ਰਹੇ ਆ ਵੀ ਤੀਜੀ ਲਹਿਰ ਆ। ਤੇ ਜੇ ਦੂਜੀ ਲਹਿਰ ਵੀ ਆਪਣੀ ਨਿਕਲ ਗਈ ਕਿਤੇ ਤੇ ਦਿੱਲੀ ਦੇ ਵਿੱਚ ਦੂਜੀ ਲਹਿਰ ਤੋਂ ਬਾਅਦ ਤੀਜੀ ਫੇਰ ਸ਼ੁਰੂ ਹੋ ਗਈ ਆ। ਦੂਜੀ ਲਹਿਰ ਦੇ ਵਿੱਚ ਬਹੁਤ ਨੁਕਸਾਨ ਕੀਤਾ, ਹੁਣ ਹੌਲੀ ਹੌਲੀ ਉੱਥੇ ਵੀ ਪੈਰ ਪਸਾਰ ਰਿਹਾ। ਇਸੇ ਤਰ੍ਹਾਂ ਕੇਰਲ ਦੇ ਵਿੱਚ ਦੇਖ ਲਓ, ਉੱਥੇ ਵੀ ਪੈਰ ਪਸਾਰ ਰਿਹਾ। ਇਸ ਵੇਲੇ ਜਿਹੜੀ ਮੌਤਾਂ ਦੀ ਗਿਣਤੀ ਦੀ ਜਿਹੜੀ ਐਵਰੇਜ ਆ, ਔਸਤ ਆ, ਉਹ ਪੰਜਾਬ 'ਚ ਸਭ ਤੋਂ ਵੱਧ ਆ, ਲਗਾਤਾਰ ਵੱਧ ਰਹੇ ਆ। ਜਿੰਨੀ ਵੀ ਸਾਵਧਾਨੀ ਵਰਤ ਹੁੰਦੀ ਆ ਵਰਤਣੀ ਚਾਹੀਦੀ ਆ। ਮਾਸਕ ਹਮੇਸ਼ਾ ਪਾ ਕੇ ਰੱਖੋ, ਸਮਾਜਿਕ ਦੂਰੀ ਜ਼ਰੂਰ ਬਰਕਰਾਰ ਰੱਖੋ, ਤਾਂ ਹੀ ਆਪਾਂ ਕਰੋਨਾ ਮਹਾਮਾਰੀ ਨੂੰ ਮਾਤ ਪਾਵਾਂਗੇ। ਤੇ ਹੁਣ ਵੈਕਸੀਨੇਸ਼ਨ ਆ ਗਈ ਆ, ਇਹਦੇ ਲਈ ਵੀ ਜੇ ਭਰਮ ਕਿਸੇ ਦੇ ਦਿਲ 'ਚ ਹੈਗਾ ਤੇ ਉਹ ਕੱਢ ਦੇਣਾ ਚਾਹੀਦਾ। ਪਹਿਲਾਂ ਤਾਂ ਰੌਲਾ ਪਾਉਂਦੇ ਸੀ ਦਵਾਈ ਨਹੀਂ ਬਣਦੀ, ਜੇ ਹੁਣ ਬਣਨ ਲੱਗ ਪਈ ਹੈ ਤਾਂ ਉਹਦੇ ਪ੍ਰਤੀ ਕਈ ਭਰਮ ਹੋ ਗਏ ਆ। ਵੈਕਸੀਨੇਸ਼ਨ ਵੀ ਲਵਾਓ, ਨਾਲ ਪ੍ਰੀਕਾਸ਼ਨ ਵੀ ਲੈਣੇ ਬਹੁਤ ਜ਼ਰੂਰੀ ਜੀ। ਤੇ ਅਵਤਾਰ ਜੀ, ਇਸ ਵੇਲੇ ਮੁੱਦੇ ਤਾਂ ਹੋਰ ਵੀ ਹੈ ਪਰ ਸਮਾਂ ਸਾਡੇ ਕੋਲ ਖਤਮ ਹੋ ਗਿਆ। ਅੱਜ ਦੇ ਪ੍ਰੋਗਰਾਮ 'ਚ ਤੁਸੀਂ ਆਏ, ਆਪਣੇ ਵਿਚਾਰ ਵਿਸਥਾਰ ਨਾਲ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਅੱਜ ਦੇ ਵਿਚਾਰ ਚਰਚਾ ਦੇ ਇਹ ਸਿਲਸਿਲੇ ਨਾਲ ਜੁੜਨ ਲਈ। ਫੇਰ ਤੋਂ ਹੋਏਗੀ ਛੇਤੀ ਮੁਲਾਕਾਤ, ਉਦੋਂ ਤੱਕ ਲਈ ਸਤਿ ਸ੍ਰੀ ਅਕਾਲ।